ਸਤਨਾਮ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਦੂਜਾ। ਕਿਸ ਹੀ ਕੋਈ ਕੋਏ ਮਨ ਨਿਮਾਣੀ ਇੱਕ ਤੂੰ। ਕਿਉ ਨਾ ਮਰੀਜੈ ਰੋਏ ਜਾ ਲਗ ਚਿਤ ਨ ਆਵਹੀ। ਕਿਸ ਹੀ ਕੋਈ ਕੋਏ ਮਨ ਨਿਮਾਣੀ ਇੱਕ ਤੂੰ। ਕਿਉ ਨਾ ਮਰੀਜੈ ਰੋਏ ਜਾਂ ਲਗ ਚਿਤ ਨ ਆਵਹੀ। ਮਹਲਾ ਦੂਜਾ। ਜਾਂ ਸੁਖ ਤਾਂ ਸੋਹਰਾਵਿਓ ਦੁੱਖ ਵੀ ਸੰਭਾਲੇ ਹੋਏ। ਨਾਨਕ ਕਹਿ ਸਿਆਣੀਏ ਇਉ ਕੰਤ ਮਿਲਾਵਾ ਹੋਏ। ਪੌੜੀ ਹੋ ਕਿਆ ਸਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ। ਤੂੰ ਅਗਮ ਬਿਆਲ ਅਗਮ ਹੈ ਆਪ ਲਹਿ ਮਿਲਾਈ। ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਖਾਈ। ਜੋ ਤੇਰੀ ਸ਼ਰਣਾਗਤੀ ਤਿਨ ਲਹਿ ਛਡਾਈ। ਨਾਨਕ ਵੇ ਪ੍ਰਵਾਹ ਹੈ ਤਿਸ ਤਿਲ ਨਾ ਤਮਾਈ। ਨਾਨਕ ਵੇ ਪ੍ਰਵਾਹ ਹੈ ਤਿਸ ਤਿਲ ਨਾ ਤਮਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਧੰਨਤਾ ਦੇ ਪਾਤਰ ਹੋ ਕਿ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਤਿਲਕ ਤੇ ਜੰਜੂ ਦੇ ਰਾਖੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ। ਦੀਨ ਦਿਆਲ ਸਤਿਗੁਰਾਂ ਦੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਰਹੇ। ਸਰਬ ਆਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਸਤਿਗੁਰਾਂ ਦੇ ਦਰ ਘਰ ਦੇ ਹਜ਼ੂਰੀ ਕੀਰਤਨੀਏ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਉਪਰੰਤ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੇ ਗਏ ਪਾਵਨ ਸ੍ਰੀ ਮੁਖਵਾਕ ਭਾਈ ਸਾਹਿਬ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। बस तीर्थ एक है हिंद में यात्रा के लिए, कटाए बाप ने बच्चे जहां खुदा के लिए। पूरे विश्व भर विच
ਬਸ ਇੱਕੋ ਇੱਕ ਐਸਾ ਮਹਾਨ ਤੀਰਥ ਹੈ ਜਿੱਥੇ ਇੱਕ ਪਿਤਾ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦਿਆਂ ਤੱਕ ਕੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕੀਤਾ ਹੈ। ਅੱਜ ਸ੍ਰੀ ਚਮਕੌਰ ਸਾਹਿਬ ਦੇ ਸ਼ਹੀਦਾਂ ਦਾ ਦਿਨ ਹੈ। ਪੂਰੇ ਵਿਸ਼ਵ ਭਰ ਵਿੱਚ ਇੱਕੋ ਇੱਕ ਐਸੀ ਲੜਾਈ ਚਮਕੌਰ ਦਾ ਜੰਗ ਕਿ ਇੱਕ ਪਾਸੇ 10 ਲੱਖ ਤੋਂ ਵੱਧ ਫੌਜਾਂ ਹਨ, ਦੂਜੇ ਪਾਸੇ ਕੇਵਲ 40 ਸਿੰਘ ਨੇ ਔਰ 40 ਨੇ 10 ਲੱਖ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਹੈ। ਇਸ ਕਰਕੇ ਚਮਕੌਰ ਦੀ ਜੰਗ ਦਾ ਸਾਨੀ ਦੁਨੀਆ ਵਿੱਚ ਕੋਈ ਵੀ ਜੰਗ ਨਹੀਂ। ਇਹ ਉਹੀ ਥਾਂ ਹੈ ਜਿਸ ਬਾਬਤ ਅੱਲਾ यार खां योगी लिखदा है, जिस खित्ते में हमको था आना ये वही है, जिस जा पे कल को लुट के है जाना ये वही है, जिस जा पे कल को बच्चों को कटाना ये वही है, आसमां भी कह दे ठिकाना ये वही है। 6 ਤੇ 7 ਪੋਹ ਦੀ ਵਿਚਾਲੀ ਰਾਤ ਯਾਨੀ ਕਿ ਕੱਲ ਦਾ ਦਿਨ ਜੋ ਬੀਤਿਆ, ਕਲਗੀਧਰ ਸਵਾਮੀ ਜੀ ਨੇ ਸਿੰਘਾਂ ਦੇ ਬਾਰ-ਬਾਰ ਕਹਿਣ ਤੇ ਸ੍ਰੀ ਆਨੰਦਪੁਰ ਸਾਹਿਬ ਛੱਡਿਆ। ਪਾਤਸ਼ਾਹ ਨਹੀਂ ਸਨ ਚਾਹੁੰਦੇ ਆਨੰਦਪੁਰ ਸਾਹਿਬ ਨੂੰ ਛੱਡ ਕੇ ਜਾਣਾ, ਪਰ ਸਿੰਘ ਬਾਰ-ਬਾਰ ਗੁਰਦੇਵ ਨੂੰ ਕਹਿਣ ਲੱਗੇ ਆਪਾਂ ਚੱਲੀਏ। ਸਤਿਗੁਰਾਂ ਬਚਨ ਕੀਤਾ ਕਿ ਦੁਸ਼ਮਣ ਵੀ ਹਾਰ ਮੰਨ ਚੁੱਕਾ ਹੈ। ਪਿਛਲੇ 8-9 ਮਹੀਨਿਆਂ ਤੋਂ ਘੇਰਾ ਪਾਈ ਬਾਹਰ ਬੈਠੇ ਨੇ, ਕਿਹੜਾ ਸੁਖੀ ਨੇ ਉਹ। ਕੁਝ ਦਿਨ ਹੋਰ ਹੌਸਲਾ ਕਰਕੇ ਬੈਠ ਜਾਈਏ ਤੇ ਆਪਾਂ ਇਹ ਜੰਗ ਜਿੱਤ ਜਾਵਾਂਗੇ। ਪਰ ਉਧਰ ਪਹਾੜੀਆਂ ਨੇ, ਮਲੇਛਾਂ ਤੁਰਕਾਂ ਨੇ ਝੂਠੀਆਂ ਕਸਮਾਂ ਮਹਾਰਾਜ ਜੀ ਦੇ ਕੋਲ ਲਿਖ ਕੇ ਭੇਜੀਆਂ। ਸਤਿਗੁਰਾਂ ਨੂੰ ਉਹਨਾਂ ਦੀਆਂ ਕਸਮਾਂ ਤੇ ਯਕੀਨ ਨਹੀਂ ਸੀ। ਗੁਰਦੇਵ ਜਾਣਦੇ ਸਨ ਕਿ ਕਸਮ ਦਾ ਸਹਾਰਾ ਉਹੀ ਬੰਦੇ ਲੈਂਦੇ ਨੇ ਜਿਹੜੇ ਰੱਜ ਕੇ ਝੂਠੇ ਹੋਣ। ਸੱਚ ਤੇ ਚੱਲਣ ਵਾਲਿਆਂ ਨੂੰ ਕਦੇ ਕਸਮਾਂ ਦਾ ਸਹਾਰਾ ਨਹੀਂ ਲੈਣਾ ਪੈਂਦਾ। ਇਹ ਝੂਠੇ ਨੇ, ਬੇਈਮਾਨ ਨੇ, ਇਹਨਾਂ ਨੇ ਕਸਮਾਂ ਦੇ ਉੱਤੇ ਖਰੇ ਨਹੀਂ ਉਤਰਨਾ। ਗੁਰਦੇਵ ਨੇ ਔਰੰਗਜ਼ੇਬ ਬਾਦਸ਼ਾਹ ਨੂੰ ਜ਼ਫਰਨਾਮੇ ਵਿੱਚ ਲਿਖਿਆ, ਮਰਾ ਐਤਬਾਰੇ ਬਰੀ ਕਸਮ ਨੇਸਤ, ਸਾਨੂੰ ਤੇਰੀਆਂ ਕਸਮਾਂ ਤੇ ਥੋੜਾ ਜਿੰਨਾ ਵੀ ਭਰੋਸਾ ਨਹੀਂ ਸੀ। ਰੰਚਕ ਭਰ ਵੀ ਤੁਹਾਡੀਆਂ ਕਸਮਾਂ ਤੇ ਸਾਨੂੰ ਭਰੋਸਾ ਨਹੀਂ ਸੀ। ਗੁਰਦੇਵ ਨੇ ਸਿੰਘਾਂ ਨੂੰ ਇੱਕ ਚੋਜ ਵੀ ਕਰਕੇ ਵਿਖਾਇਆ ਕਿ ਇਹਨਾਂ ਦੀਆਂ ਕਸਮਾਂ ਵੇਖੋ ਕਿਵੇਂ ਟੁੱਟਦੀਆਂ ਨੇ। ਹੁਕਮ ਕੀਤਾ ਕਿ ਕਿਲੇ ਅੰਦਰ ਆਨੰਦਪੁਰ ਸਾਹਿਬ ਵਿੱਚ ਜਿਤਨਾ ਪੁਰਾਣਾ ਸਮਾਨ ਹੈ ਉਹ ਸਾਰਾ ਗੱਡਿਆਂ ਤੇ ਲੱਦ ਦਿਓ ਔਰ ਉੱਤੇ ਵਧੀਆ ਕੀਮਤੀ ਚਮਕਦਾਰ ਦੁਸ਼ਾਲੇ ਪਾ ਦਿਓ। ਮਸਾਲਾ ਬੰਨ ਕੇ ਬਲਦਾਂ ਦੇ ਸਿੰਘਾਂ ਦੇ ਨਾਲ ਬੰਨ ਦਿਓ। ਜਦੋਂ ਦੁਸ਼ਾਲਾ ਚਮਕੇਗਾ ਦੂਰੋਂ ਰਾਤ ਦੇ ਹਨੇਰੇ 'ਚ ਏਦਾਂ ਜਾਪੇਗਾ ਜਿਵੇਂ ਹੀਰੇ ਮੋਤੀ ਚਮਕ ਰਹੇ ਨੇ। ਬਾਹਰ ਸੁਨੇਹਾ ਭੇਜ ਦਿੱਤਾ ਕਿ ਅਸੀਂ ਆਨੰਦਪੁਰ ਸਾਹਿਬ ਛੱਡਣ ਲੱਗੇ ਹਾਂ, ਪਰ ਪਹਿਲਾਂ ਸਾਡਾ ਖਜ਼ਾਨਾ ਜਾਏਗਾ। ਪਹਾੜੀਆਂ ਤੇ ਤੁਰਕਾਂ ਦੇ ਮਨ ਵਿੱਚ ਏਦਾਂ ਦਾ ਸੰਸਾ ਪਹਿਲਾਂ ਹੀ ਸੀ ਕਿ ਗੁਰੂ ਸਾਹਿਬ ਕੋਲ ਖਜ਼ਾਨਾ ਬਹੁਤ ਹੈ। ਜਿਸ ਵਕਤ ਗੱਡੇ ਭਰ ਕੇ ਬਾਹਰ ਨੂੰ ਟੋਰੇ, ਉਹਨਾਂ ਗੱਡਿਆਂ ਦੇ ਵਿੱਚ ਤਾਂ ਹੁਣ ਟੁੱਟੇ ਛਿੱਤਰ, ਪੁਰਾਣੀਆਂ ਵਸਤੂਆਂ ਜਿੰਨੀਆਂ ਪਈਆਂ ਹੋਈਆਂ ਸਨ। ਈਵਨ ਇੱਥੋਂ ਤੱਕ ਕਈ ਮਰੇ ਹੋਏ ਜਾਨਵਰਾਂ ਦੀਆਂ ਖੱਲਾਂ, ਉਹਨਾਂ ਦੇ ਹੱਡ ਤੱਕ ਵੀ ਵਿੱਚ ਪਾ ਕੇ ਭੇਜੇ ਸਨ। ਜਿਸ ਵਕਤ ਬਾਹਰ ਨੂੰ ਗਿਆ, ਰਾਤ ਦਾ ਸਮਾਂ ਸੀ, ਜਿਤਨੇ ਤੁਰਕ ਤੇ ਪਹਾੜੀਏ ਆਪਣੀਆਂ ਕਸਮਾਂ ਨੂੰ ਤੋੜ ਕੇ ਭੱਜ ਕੇ ਆ ਕੇ ਗੱਡਿਆਂ ਨੂੰ ਲੁੱਟਣ ਪੈ ਗਏ ਵੀ ਖਜ਼ਾਨਾ ਹੈ। ਜਦੋਂ ਆ ਕੇ ਲੁੱਟਣ ਲੱਗੇ ਤੇ ਪ੍ਰਾਪਤ ਹੋਏ ਛਿੱਤਰ, ਜੁੱਤੀਆਂ ਜਿਨ੍ਹਾਂ ਦੇ ਲਾਇਕ ਸਨ,
ਉਹੀ ਕੁਝ ਮਿਲਿਆ ਤੇ ਗੁਰਦੇਵ ਨੇ ਬਚਨ ਕੀਤਾ, ਸਿੰਘੋ ਤੁਸੀਂ ਇਹਨਾਂ ਦੀਆਂ ਕਸਮਾਂ ਤੇ ਭਰੋਸਾ ਕਰਦੇ ਸੀ, ਆਹ ਵੇਖੋ। ਇਸ ਕਰਕੇ ਕੁਝ ਦਿਨ ਟਿਕ ਜਾਓ। ਕੁਝ ਦਿਨ ਸਿੰਘ ਠਹਿਰੇ ਰਹੇ, ਪਰ ਭੁੱਖ ਦਾ ਦੁੱਖ ਬੜਾ ਡਾਢਾ ਹੁੰਦਾ ਹੈ। ਗੱਲ ਕਹਿ ਲੈਣੀ ਸੁਖਾਲੀ ਹੁੰਦੀ, 8 ਮਹੀਨਿਆਂ ਦਾ ਘੇਰਾ ਕੋਈ ਥੋੜਾ ਸਮਾਂ ਨਹੀਂ ਹੁੰਦਾ। ਦਰਖਤਾਂ ਦੇ ਪੱਤੇ ਤੱਕ ਧੂ ਕੇ ਸਿੰਘ ਖਾ ਚੁੱਕੇ ਸਨ। ਕੜਾਕਾ ਭੁੱਖ ਦਾ ਬੜਾ ਡਾਢਾ ਸੀ। ਉਸ ਵਕਤ ਇਸ ਦੁੱਖ ਨੂੰ ਨਾ ਸਹਾਰਦਿਆਂ ਹੋਇਆਂ ਸਿੰਘਾਂ ਨੇ ਬਾਰ-ਬਾਰ ਗੁਰਦੇਵ ਨੂੰ ਕਿਹਾ। ਸਤਿਕਾਰਯੋਗ ਮਾਤਾ ਗੋਜਰੀ ਜੀ ਨੇ ਕਿਹਾ। ਇੱਕ ਵਾਰ ਫੇਰ ਉਹਨਾਂ ਨੇ ਕਸਮਾਂ ਲਿਖ ਕੇ ਭੇਜੀਆਂ। ਮਹਾਰਾਜ ਜੀ ਦੇ ਕੋਲ ਪਛਤਾਵਾ ਕੀਤਾ। ਕਹਿੰਦੇ ਹੁਣ ਯਕੀਨ ਕਰ ਲਈਏ। ਸਤਿਗੁਰਾਂ ਨੇ ਆਖਿਆ, ਭਾਈ ਯਕੀਨ ਨਹੀਂ ਹੈ, ਪਰ ਤੁਸੀਂ ਬਾਰ-ਬਾਰ ਕਹਿ ਦਿਓ ਤਾਂ ਫਿਰ ਚੱਲੋ। ਕੁਝ ਦਿਨ ਅਟਕ ਜਾਂਦੇ, ਕੇਵਲ ਹਫ਼ਤੇ ਭਰ ਦਾ ਸਮਾਂ ਹੋਰ ਅਟਕ ਜਾਂਦੇ ਤੇ ਆਪਾਂ ਜੰਗ ਜਿੱਤ ਜਾਣਾ ਸੀ। ਪਰ ਤੁਸੀਂ ਕਹਿ ਰਹੇ ਹੋ ਤੇ ਆਪਾਂ ਆਨੰਦਪੁਰ ਸਾਹਿਬ ਛੱਡ ਕੇ ਚੱਲਦੇ ਹਾਂ। 6 ਤੇ 7 ਪੋਹ ਦੀ ਵਿਚਾਲੀ ਰਾਤ, ਜਿਹੜੀ ਰਾਤ ਕੱਲ ਲੰਘ ਕੇ ਗਈ ਹੈ, ਗੁਰਦੇਵ ਨੇ ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ। ਆਨੰਦਪੁਰ ਸਾਹਿਬ ਤੋਂ ਅੱਧੀ ਰਾਤ ਦਾ ਵੇਲਾ ਜਦੋਂ ਮਹਾਰਾਜ ਜੀ ਟੁਰੇ ਨੇ, ਚੱਲੇ ਨੇ, ਦਇਆਨਿਧ ਸੁਆਮੀ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਵਕਤ ਆਨੰਦਪੁਰ ਸਾਹਿਬ ਤੋਂ ਚੱਲਣ ਲੱਗੇ ਤਾਂ ਉਸ ਵਕਤ ਇਤਿਹਾਸਕਾਰ ਮਹਾਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਹੈ ਕਿ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਮੁੜ ਮੁੜ ਕੇ ਪਿਛਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਵੱਲ ਵੇਖਦੇ ਨੇ। ਸਾਹਿਬਜ਼ਾਦਿਆਂ ਦੇ ਖਿਡਾਵੇ ਭਾਈ ਸਾਹਿਬ ਭਾਈ ਚੌਪਾ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਨੂੰ ਬੇਨਤੀ ਕਰਕੇ ਪੁੱਛਦੇ ਨੇ, ਲਾਲ ਜੀ ਪਿੱਛੇ ਮੁੜ ਮੁੜ ਕੀ ਤੱਕਦੇ ਹੋ? ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਬਚਨ ਕੀਤਾ, ਬਾਪੂ ਜੀ ਵੇਖਦਾ ਹਾਂ ਜਿਸ ਆਨੰਦਪੁਰ ਸਾਹਿਬ ਦੇ ਸ਼ਾਹੀ ਮਹੱਲਾਂ ਵਿੱਚ ਸਾਡਾ ਬਚਪਨ ਬੀਤਿਆ, ਜਿਸ ਆਨੰਦਪੁਰ ਸਾਹਿਬ ਵਿੱਚ ਅਸੀਂ ਆਪਣੇ ਪਿਤਾ ਦੀ ਗੋਦ ਦਾ ਨਿੱਘ ਮਾਣਿਆ, ਜਿਸ ਆਨੰਦਪੁਰ ਸਾਹਿਬ 'ਚ ਅਸੀਂ ਖੰਡੇ ਦੀ ਪੌਲ ਛਕੀ ਹੈ, ਗੁਰਮਤਿ ਦੀ ਵਿੱਦਿਆ ਲਈ ਹੈ, ਸਾਡਾ ਬਚਪਨ ਬੀਤਿਆ, ਕਿ ਇਸ ਆਨੰਦਪੁਰ ਸਾਹਿਬ ਵਿੱਚ ਅਸੀਂ ਦੁਬਾਰਾ ਆਵਾਂਗੇ, ਸਾਨੂੰ ਕਿਤੇ ਦੁਬਾਰਾ ਆਨੰਦਪੁਰ ਸਾਹਿਬ ਵਿੱਚ ਆਉਣਾ ਹੋਵੇਗਾ। ਭਾਈ ਸਾਹਿਬ ਭਾਈ ਚੌਪਾ ਸਿੰਘ ਜੀ ਦਾ ਉਸੇ ਵੇਲੇ ਇੱਕ ਵਾਰੀ ਧਾਰ ਨਿਕਲ ਗਈ ਇਹ ਬਚਨ ਸੁਣਦਿਆਂ, ਕਿਉਂਕਿ ਮਾਹੌਲ ਇਦਾਂ ਦਾ ਸੀ, ਆਲਾ ਦੁਆਲਾ ਇਦਾਂ ਦਾ ਸੀ, ਨਹੀਂ ਸੀ ਜਾਪਦਾ ਕਿ ਮੁੜ ਕੇ ਆਨੰਦਪੁਰ ਸਾਹਿਬ ਆਵਾਂਗੇ। ਧਾਰ ਨਿਕਲੀ ਸੁਣ ਕੇ ਕਲਗੀਧਰ ਪਾਤਸ਼ਾਹ ਪੁੱਛਦੇ ਐ, ਚੌਪਾ ਸਿੰਘ ਜੀ ਕੀ ਗੱਲ ਹੈ, ਐਸੀ ਧਾਰ ਕਿਉਂ ਮਾਰੀ? ਕਹਿਣ ਲੱਗੇ, ਮਹਾਰਾਜ ਆਪ ਜੀ ਦੇ ਸਾਹਿਬਜ਼ਾਦੇ ਲਾਲ ਜੀ ਬਾਬਾ ਅਜੀਤ ਸਿੰਘ ਜੀ ਮੇਰੇ ਕੋਲੋਂ ਇੱਕ ਸਵਾਲ ਪੁੱਛਦੇ ਨੇ, ਜਿਸ ਦਾ ਜਵਾਬ ਮੇਰੇ ਕੋਲ ਨਹੀਂ ਹੈ। ਕੀ ਪੁੱਛਦੇ ਨੇ? ਪੁੱਛਦੇ ਨੇ ਜਿਸ ਆਨੰਦਪੁਰ ਸਾਹਿਬ ਦੇ ਸ਼ਾਹੀ ਮਹੱਲਾਂ 'ਚ ਸਾਡਾ ਬਚਪਨ ਬੀਤਿਆ, ਜਿੱਥੇ ਅਸੀਂ ਆਪਣੇ ਪਿਤਾ ਦੀ ਗੋਦ ਦਾ ਨਿੱਘ ਮਾਣਿਆ, ਕਿ ਇਸ ਆਨੰਦਪੁਰ ਸਾਹਿਬ ਦੇ ਦੀਦਾਰ ਦਰਸ਼ਨ ਸਾਨੂੰ ਦੁਬਾਰਾ ਹੋਣਗੇ? ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਚੌਪਾ ਸਿੰਘ ਹਾਂ ਹੋਣਗੇ, ਦੁਬਾਰਾ ਆਵਾਂਗੇ ਇੱਥੇ ਜਦੋਂ ਮੇਰਾ ਖਾਲਸਾ ਪੰਥ ਹੋਲੇ ਮਹੱਲੇ ਦਾ ਸਮਾਗਮ ਮਨਾਉਣ ਨਿਮਿਤ ਸ੍ਰੀ ਆਨੰਦਪੁਰ ਸਾਹਿਬ ਬਹੀਰਾਂ ਘੱਤ ਕੇ ਆਵੇਗਾ। ਮੇਰੇ ਸਿੰਘ ਮਹੱਲੇ ਤੇ ਚੜਿਆ ਕਰਨਗੇ, ਜਾਹੋ ਜਲਾਲ ਨਿਸ਼ਾਨਾ ਨਗਾਰਿਆਂ ਦੀ ਅਗਵਾਈ ਹੇਠਾਂ, ਉਦੋਂ ਅਸੀਂ ਵੀ ਆਇਆ ਕਰਾਂਗੇ, ਸਾਡੇ ਸਾਹਿਬਜ਼ਾਦੇ ਵੀ ਹਰ ਸਾਲ ਆਇਆ ਕਰਨਗੇ। ਨੇਤਰਾਂ ਵਾਲਿਆਂ ਨੂੰ, ਜਿਨ੍ਹਾਂ ਦੇ ਕੋਲ ਭਾਵਨਾ ਦੀਆਂ ਅੱਖਾਂ ਹੋਣਗੀਆਂ, ਉਹਨਾਂ ਨੂੰ ਗੁਰੂ ਖਾਲਸੇ ਪੰਥ ਵਿੱਚ ਸਾਡੇ ਵੀ ਦਰਸ਼ਨ ਹੋਇਆ ਕਰਨਗੇ, ਸਾਡੇ ਸਾਹਿਬਜ਼ਾਦਿਆਂ ਦੇ ਵੀ ਦੀਦਾਰ ਹੋਇਆ ਕਰਨਗੇ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਬੜੀ ਚੜ੍ਹਦੀ ਕਲਾ ਦੀ ਬਿਰਤੀ ਵਿੱਚ ਸ੍ਰੀ ਆਨੰਦਪੁਰ ਸਾਹਿਬ ਤੋਂ ਜਾ ਰਹੇ ਨੇ। ਅੱਗੇ ਸਰਸਾ ਨਦੀ ਭਰ ਕੇ ਵਗ ਰਹੀ ਹੈ। ਥੋੜਾ ਜਿਹਾ ਪੈਂਡਾ ਤੈਅ ਕੀਤਾ ਕਿ ਬਾਬਾ ਅਜੀਤ ਸਿੰਘ ਜੀ ਪਿੱਛੇ ਦੁਸ਼ਮਣ ਦੇ ਘੇਰੇ 'ਚ ਘਿਰ ਗਏ। ਲੜਦਿਆਂ ਵੇਖਿਆ, ਨਿਗਾਹ ਮਾਰੀ, ਬਾਬਾ ਅਜੀਤ ਸਿੰਘ ਜੀ ਨਾਲ ਨਹੀਂ ਹਨ। ਭਾਈ ਸਾਹਿਬ ਭਾਈ ਉਦੈ ਸਿੰਘ ਜੀ
ਬਾਬਾ ਜੀਵਨ ਸਿੰਘ ਜੀ, ਉਹਨਾਂ ਦੇ ਨਾਲ ਕੁਝ ਹੋਰ ਸਿੰਘਾਂ ਦੀ ਮਹਾਰਾਜ ਜੀ ਨੇ ਡਿਊਟੀ ਲਾਈ ਕਿ ਤੁਸੀਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਦੁਸ਼ਮਣ ਦੇ ਘੇਰੇ ਚੋਂ ਕੱਢ ਕੇ ਲਿਆਓ। ਤਾਂ ਉਸ ਵਕਤ ਭਾਈ ਉਦੇ ਸਿੰਘ ਨੇ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕੀਤੀ, ਗਰੀਬ ਨਵਾਜ ਆਪ ਜੀ ਦੇ ਚਰਨਾਂ ਪਾਸੋਂ ਮੈਂ ਇੱਕ ਮੰਗ ਮੰਗਦਾ ਹਾਂ। ਇਹ ਭਾਈ ਉਦੇ ਸਿੰਘ ਉਹ ਮਹਾਨ ਸੂਰਮਾ ਹੈ ਸਤਿਗੁਰਾਂ ਦਾ, ਜਿਸ ਨੇ ਆਨੰਦਪੁਰ ਸਾਹਿਬ ਦੇ ਜੰਗ ਵਿੱਚ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕੇ ਨੇਜੇ ਤੇ ਟੰਗ ਕੇ ਸਤਿਗੁਰਾਂ ਦੇ ਚਰਨਾਂ 'ਚ ਲਿਆ ਕੇ ਸੁੱਟਿਆ ਸੀ। ਗੁਰਦੇਵ ਜੀ, ਆਪ ਜੀ ਦੇ ਚਰਨਾਂ ਵਿੱਚ ਮੇਰੀ ਇੱਕ ਕਾਂਖਾ ਹੈ ਕਿ ਜਦੋਂ ਤੱਕ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਘੇਰੇ ਵਿੱਚੋਂ ਕੱਢ ਕੇ ਮੈਂ ਤੁਹਾਡੇ ਤੱਕ ਨਹੀਂ ਭੇਜ ਦਿੰਦਾ, ਉਦੋਂ ਤੱਕ ਮੇਰਾ ਵਾਲ ਵੀ ਵਿੰਗਾ ਨਾ ਹੋਵੇ। ਜਦੋਂ ਬਾਬਾ ਅਜੀਤ ਸਿੰਘ ਸਾਹਿਬ ਜੀ ਤੁਹਾਡੇ ਤੱਕ ਪਹੁੰਚ ਜਾਣ, ਫਿਰ ਭਾਵੇਂ ਮੇਰੇ ਇਸ ਸਰੀਰ ਵਿੱਚੋਂ ਸਵਾਸ ਨਿਕਲ ਜਾਣ, ਮੈਨੂੰ ਕੋਈ ਚਿੰਤਾ ਨਹੀਂ ਹੈ। ਕਲਗੀਆਂ ਵਾਲੇ ਪਾਤਸ਼ਾਹ ਨੇ ਬਚਨ ਕੀਤਾ, ਭਾਈ ਉਦੇ ਸਿੰਘ ਜੀ ਇਸੇ ਤਰ੍ਹਾਂ ਹੋਵੇਗਾ। ਭਾਈ ਸਾਹਿਬ ਭਾਈ ਜੀਵਨ ਸਿੰਘ ਜੀ, ਭਾਈ ਉਦੇ ਸਿੰਘ ਜੀ ਹੋਰ ਬਹੁਤ ਸਾਰੇ ਸਿੰਘਾਂ ਨੂੰ ਨਾਲ ਲੈ ਕੇ ਜਿੱਥੇ ਸ਼ਾਹੀ ਟਿੱਬੀ ਹੈ, ਇੱਥੇ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਘੇਰੇ ਚੋਂ ਬਾਹਰ ਕੱਢ ਕੇ ਗੁਰੂ ਪਾਤਸ਼ਾਹ ਵੱਲ ਰਵਾਨਾ ਕੀਤਾ। ਆਪ ਵੈਰੀ ਦੇ ਅੱਗੇ ਜਿਵੇਂ ਤਖਤਾ ਲੱਗਦਾ ਲੋਹੇ ਦਾ, ਏਦਾਂ ਤਖਤਾ ਬਣ ਕੇ ਖਲੋ ਕੇ ਦੁਸ਼ਮਣ ਨੂੰ ਰੋਕਦਿਆਂ ਭਾਈ ਉਦੇ ਸਿੰਘ ਜੀ ਭਾਈ ਜੀਵਨ ਸਿੰਘ ਜੀ ਲੜਦਿਆਂ ਲੜਦਿਆਂ ਜੰਗ ਦੇ ਮੈਦਾਨ 'ਚ ਸ਼ਹਾਦਤ ਪ੍ਰਾਪਤ ਕਰ ਗਏ। ਜਿੰਨਾ ਚਿਰ ਦੁਸ਼ਮਣ ਨੂੰ ਰੋਕ ਕੇ ਰੱਖਿਆ, ਇੰਨੇ ਨੂੰ ਸਤਿਗੁਰੂ ਜੀ ਆਪਣੀਆਂ ਫੌਜਾਂ ਸਮੇਤ ਸਰਸਾ ਨਦੀ ਦਾ ਜਿਹੜਾ ਦਰਿਆ ਸੀ, ਨਦੀ ਸੀ, ਉਹਨੂੰ ਪਾਰ ਕਰਕੇ ਪਾਰ ਚਲੇ ਗਏ ਸਨ। ਦਰਿਆ ਪਾਰ ਕੀਤਾ। ਇੱਥੇ ਸਾਹਿਬ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਵੱਡੇ ਸਾਹਿਬਜ਼ਾਦੇ ਕਲਗੀਧਰ ਸਵਾਮੀ ਜੀ ਦੇ ਨਾਲ ਨੇ, ਮਾਤਾਵਾਂ ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਦੇਵਾ ਜੀ ਨੂੰ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਆਪਣੇ ਨਾਲ ਲੈ ਕੇ, ਦਰਬਾਰਾ ਸਿੰਘ ਜੀ ਆਪਣੇ ਨਾਲ ਲੈ ਕੇ ਦਿੱਲੀ ਵੱਲ ਕੂਚ ਕਰ ਗਏ। ਔਰ ਛੋਟੇ ਸਾਹਿਬਜ਼ਾਦੇ, ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਸਤਿਕਾਰਯੋਗ ਮਾਤਾ ਗੁਜਰੀ ਜੀ ਆਪਣੇ ਨਾਲ ਲੈ ਕੇ ਦੁੰਨਾ ਹੰਡੂਰੀਆ, ਇੱਕ ਅੱਧਾ ਕੋਈ ਹੋਰ ਸੇਵਾਦਾਰ ਨਾਲ ਲੈ ਕੇ ਇਹ ਕੁੰਮੇ ਮਾਸ਼ਕੀ ਵਾਲੇ ਪਾਸੇ ਨੂੰ ਚੱਲ ਪਏ। ਇਧਰ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਜਦੋਂ ਦਰਿਆ ਪਾਰ ਕਰਕੇ ਗਏ, ਸਾਹਮਣੇ ਰੋਪੜ ਨਗਰ ਆਇਆ। ਵੇਖਿਆ ਰੋਪੜ ਦੇ ਜਿੰਨੇ ਪਠਾਨ ਨੇ ਸਾਰੇ ਹਮਲਾ ਕਰਕੇ ਸਤਿਗੁਰਾਂ ਤੇ ਆਣ ਪਏ। ਇੱਥੋਂ ਦਾ ਰਹਿਣ ਵਾਲਾ ਕੋਟਲਾ ਨਿਹੰਗ ਖਾਂ ਨਾਮ ਦਾ ਇੱਕ ਪਠਾਨ ਗੁਰਦੇਵ ਦਾ ਸ਼ਰਧਾਲੂ ਸੀ, ਘੋੜਿਆਂ ਦਾ ਸੁਦਾਗਰ ਸੀ। ਇਹਦੇ ਪਾਸ ਗੁਰਦੇਵ ਨੇ ਉਤਾਰਾ ਕੀਤਾ। ਬਾਬਾ ਬਚਿੱਤਰ ਸਿੰਘ ਸਾਹਿਬ ਜੀ ਜੋ ਜ਼ਖਮੀ ਹਾਲਤ ਵਿੱਚ ਸਨ, ਇੰਨੇ ਜ਼ਖਮੀ ਕਿ ਬੇਸੁੱਧ ਸਨ, ਅੱਗੇ ਲਿਜਾਣਾ ਔਖਾ ਸੀ। ਬਾਬਾ ਬਚਿੱਤਰ ਸਿੰਘ ਜੀ ਨੂੰ ਨਿਹੰਗ ਖਾਂ ਦੇ ਘਰ ਦੇ ਵਿੱਚ ਹਵੇਲੀ 'ਚ ਛੱਡ ਕੇ ਗਏ ਕਿ ਇਹਨਾਂ ਦੀ ਸੇਵਾ ਸੰਭਾਲ ਤੁਸੀਂ ਕਰੋ। ਦੇਖੋ ਗੁਰੂ ਕਾ ਲਾਲ ਮੁਸਲਮਾਨ ਮੁਰੀਦ ਕੈਸੀ ਸ਼ਰਧਾ ਭਾਵਨਾ ਸਤਿਗੁਰਾਂ ਤੇ ਰੱਖਦਾ ਹੈ। ਬਾਬਾ ਬਚਿੱਤਰ ਸਿੰਘ ਸਾਹਿਬ ਨੂੰ ਜਦੋਂ ਘਰ ਰੱਖਿਆ, ਪਿੱਛੋਂ ਫੌਜਾਂ ਆ ਗਈਆਂ ਲੱਭਦੀਆਂ। ਪਤਾ ਲੱਗਾ ਗੁਰੂ ਜੀ ਨਿਹੰਗ ਖਾਂ ਦੇ ਘਰ ਆਏ ਸਨ। ਤਲਾਸ਼ੀ ਕਰਨ ਪਹੁੰਚੇ ਵੀ ਕੋਈ ਹੈ ਅੰਦਰ। ਬਾਬਾ ਬਚਿੱਤਰ ਸਿੰਘ ਜੀ ਜ਼ਖਮੀ ਹਾਲਤ ਵਿੱਚ ਪਿਛਲੇ ਕਮਰੇ ਵਿੱਚ ਸਨ। ਵੇਖਿਆ ਵੀ ਜੇ ਨਾ ਤੁਰਕਾਂ ਨੂੰ ਪਤਾ ਲੱਗ ਗਿਆ ਬਾਬਾ ਬਚਿੱਤਰ ਸਿੰਘ ਜੀ ਨੇ ਉਹਦਾ ਜ਼ਖਮੀ ਹਾਲਤ ਵਿੱਚ ਬੇਹੋਸ਼ ਨੇ, ਉਹਨਾਂ ਨੂੰ ਵੀ ਦੰਡ ਦੇਣਗੇ, ਸਾਨੂੰ ਵੀ ਦੰਡ ਦੇਣਗੇ। ਨਿਹੰਗ ਖਾਂ ਦੀ ਲੜਕੀ ਸੀ ਬੀਬੀ ਮੁਮਤਾਜ, ਉਹਨੂੰ ਪਿਛਲੇ ਉਸੇ ਕਮਰੇ ਵਿੱਚ ਰੱਖ ਦਿੱਤਾ ਸੇਵਾ ਟਹਿਲ ਵਾਸਤੇ। ਬਚਨ ਕੀਤਾ ਕਿ ਹੋਰ ਤਾਂ ਕੋਈ ਨਹੀਂ, ਮੇਰਾ ਜਵਾਈ ਆਇਆ ਹੋਇਆ ਹੈ। ਪਿਛਲੇ ਕਮਰੇ ਵਿੱਚ ਮੇਰਾ ਦਮਾਦ ਤੇ ਮੇਰੀ ਧੀ ਹਨ। ਸਿਪਾਹੀ ਸ਼ਰਮਸਾਰ ਹੋ ਕੇ ਉੱਥੋਂ ਵਾਪਸ ਚਲੇ ਗਏ। ਪਰ ਬੀਬੀ ਮੁਮਤਾਜ ਨੇ ਜਿਸ ਵੇਲੇ ਕੰਨਾਂ ਵਿੱਚ ਆਪਣੇ ਅੱਬਾ ਜਾਨ ਦੀਆਂ ਇਹ ਗੱਲਾਂ ਸੁਣੀਆਂ ਕਿ ਮੈਨੂੰ ਬਾਬਾ ਬਚਿੱਤਰ ਸਿੰਘ ਜੀ ਦੀ ਧਰਮ ਸਪਤਨੀ ਕਹਿ ਦਿੱਤਾ ਹੈ, ਕੁਝ ਦਿਨਾਂ ਬਾਅਦ ਬਾਬਾ ਬਚਿੱਤਰ ਸਿੰਘ ਜੀ ਤਾਂ ਸ਼ਹੀਦੀ ਪ੍ਰਾਪਤ ਕਰ ਗਏ, ਸੱਚਖੰਡ ਗਮਨ ਕਰ ਗਏ। ਪਰ ਧੰਨ ਸੀ ਇਹ ਬੀਬੀ ਮੁਮਤਾਜ ਜਿਸ ਨੇ ਆਪਣੀ ਸਾਰੀ ਜ਼ਿੰਦਗੀ ਬਾਬਾ ਬਚਿੱਤਰ ਸਿੰਘ ਜੀ ਦੀ ਬੇਵਾ ਬਣ ਕੇ ਪ੍ਰਮਾਤਮਾ ਦੀ ਬੰਦਗੀ ਕਰਦਿਆਂ ਬਤੀਤ ਕੀਤੀ, ਮੁੜ ਕੇ ਸ਼ਾਦੀ ਨਹੀਂ ਕਰਾਈ, ਸਾਰੀ ਜ਼ਿੰਦਗੀ ਕੁਆਰੀ ਰਹੀ। ਤੋ ਇੱਥੋਂ ਗਰੀਬ ਨਵਾਜ ਪਾਤਸ਼ਾਹ ਜਦੋਂ ਭੱਟ ਸਾਹਿਬ ਨੂੰ ਗਏ ਨੇ, ਭੱਠਾ ਸਾਹਿਬ, ਕਿਸੇ ਨੇ ਮਖੌਲ ਕਰਕੇ ਆਖਿਆ ਉਹ ਸਾਹਮਣੇ ਭੱਠ 'ਚ ਜਾ ਪਾਓ। ਗਰੀਬ ਨਵਾਜ ਪਾਤਸ਼ਾਹ ਘੋੜਾ ਲੈ ਕੇ ਜਦੋਂ ਭੱਠੇ ਵੱਲ ਵਧੇ ਨੇ,
ਮਹਾਰਾਜ ਜੀ ਦੇ ਪੋੜ ਬਲਦੇ ਹੋਏ ਭੱਠ ਵਿੱਚ ਪਏ ਤੇ ਭੱਠਾ ਸ਼ਾਂਤ ਹੋ ਗਿਆ। ਉੱਥੇ ਅੱਜ ਵੀ ਗੁਰਦੁਆਰਾ ਭੱਠਾ ਸਾਹਿਬ ਸੁਸ਼ੋਭਿਤ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕੇਵਲ 40 ਕੁ ਸਿੰਘ ਨਾਲ ਰਹਿ ਗਏ ਸਨ, ਜਿਨ੍ਹਾਂ ਨੂੰ ਨਾਲ ਲੈ ਕੇ ਚਮਕੌਰ ਦੀ ਗੜੀ ਵੱਲ ਰਵਾਨਾ ਹੋਏ। ਕੱਲ ਦਾ ਜਿਹੜਾ ਦਿਨ ਹੈ, ਬੀਤਦਿਆਂ ਰਾਤ ਦੇ ਸਮੇਂ ਸਤਿਗੁਰਾਂ ਨੇ ਚਮਕੌਰ ਦੀ ਗੜੀ ਵਿੱਚ ਉਤਾਰਾ ਕੀਤਾ। ਇੱਥੇ ਜਦੋਂ ਉਤਾਰਾ ਕੀਤਾ ਤੇ ਚਮਕੌਰ ਦੀ ਗੜੀ ਦਾ ਜਿਹੜਾ ਮਾਲਕ ਸੀ, ਉਹ ਤੁਰਕਾਂ ਦੀ ਖੁਸ਼ਾਮਦ ਕਰਦਾ, ਸਤਿਗੁਰਾਂ ਨੂੰ ਗੜੀ ਵਿੱਚ ਉਤਾਰਾ ਨਹੀਂ ਸੀ ਕਰਨ ਦਿੰਦਾ। ਪਰ ਇਹਦਾ ਭਰਾ ਜਿਹਦਾ ਹੱਕ ਸੀ ਗੜੀ ਦੇ ਵਿੱਚ, ਉਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੇਰਾ ਹੱਕ ਹੈ ਪਰ ਇਹ ਮੈਨੂੰ ਹੱਕ ਦਿੰਦਾ ਨਹੀਂ, ਆਪ ਜੀ ਤੁਸੀਂ ਜਾ ਕੇ ਮੇਰੇ ਵੱਲੋਂ ਉੱਥੇ ਆਪਣਾ ਨਿਵਾਸ ਕਰੋ। ਇਹਨੂੰ ਕੁਝ ਮਾਇਆ ਦਾ ਗੱਫਾ ਸਤਿਗੁਰਾਂ ਨੇ ਦੇਖ ਕੇ ਨਵਾਜਿਆ। ਗੜੀ ਵਿੱਚ ਉਤਾਰਾ ਕੀਤਾ ਨੂੰ ਆਖਿਆ, ਸੱਜਣਾ ਤੂੰ ਆਪਣੇ ਮਾਲ ਦਾ ਆਪਣੀ ਜਾਨ ਦਾ ਆਪ ਜ਼ਿੰਮੇਵਾਰ ਹੈ, ਛੱਡ ਕੇ ਚਲਾ ਜਾਏਗਾ ਤੇ ਬਚ ਜਾਏਗਾ, ਨਹੀਂ ਤਾਂ ਦੁਸ਼ਮਣ ਦੀ ਫੌਜ ਨੇ ਆ ਕੇ ਘੇਰਾਬੰਦੀ ਇੱਥੇ ਕਰਨੀ। ਇਹ ਚਲਾ ਗਿਆ। ਚਮਕੌਰ ਦੀ ਗੜੀ ਵਿੱਚ ਸਤਿਗੁਰਾਂ ਨੇ ਉਤਾਰਾ ਕੀਤਾ। ਬੀਤੀ ਹੋਈ ਰਾਤ, ਆ ਜਿਹੜੀ ਰਾਤ ਲੰਘ ਕੇ ਗਈ ਅੱਜ ਦੀ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਗੜੀ ਦੇ ਵਿੱਚ ਚੁਕੰਨੇ ਹੋ ਕੇ ਚਾਰੇ ਪਾਸੇ ਪਹਿਰਾ ਦਿੰਦੇ ਨੇ। ਸਿੰਘ ਭੁੱਖੇ ਸਨ, ਕਈ ਦਿਨਾਂ ਦੇ ਉਨੀਂਦਰੇ ਸਨ। ਕਿਸੇ ਨੇ ਢਾਲ ਦਾ ਸਰਾਣਾ ਲਾਇਆ, ਕਿਸੇ ਨੇ ਮਿੱਟੀ ਦੇ ਭੇਲੇ ਦਾ ਸਰਾਣਾ ਲਾਇਆ ਤੇ ਲੇਟ ਗਏ ਨੇ। ਸਿਰਾਂ ਦੇ ਦੁਮਾਲੇ ਕਈਆਂ ਦੇ ਟੇਢੇ ਨੇ, ਕਿਸੇ ਦੇ ਚਿਹਰੇ ਤੇ ਮਿੱਟੀ ਹੈ ਲੱਗੀ ਹੋਈ, ਕਈਆਂ ਦੇ ਸਰੀਰ ਤੇ ਜ਼ਖਮ ਨੇ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਸਿੰਘਾਂ ਦੇ ਦੁਮਾਲੇ ਟੇਢੇ ਆਪਣੇ ਹੱਥੀਂ ਸਿੱਧੇ ਕਰਦੇ ਨੇ, ਚਿਹਰਿਆਂ ਤੇ ਲੱਗੀ ਹੋਈ ਸਿੰਘਾਂ ਦੇ ਮਿੱਟੀ ਨੂੰ ਆਪਣੇ ਗਲ ਵਿੱਚ ਪਾਏ ਹੋਏ ਹਜੂਰੀਏ ਨਾਲ ਪੂੰਝਦੇ ਨੇ ਔਰ ਬੜੇ ਪਿਆਰ ਦੇ ਵਿੱਚ ਆ ਕੇ ਸਿੰਘਾਂ ਦੇ ਪ੍ਰੇਮ 'ਚ ਭਿੱਜੇ ਹੋਏ ਕਹਿੰਦੇ ਨੇ, ਕੱਲ ਇਹ ਵੀ ਨਾ ਰਹੇਂਗੇ, ਕੱਲ ਇਹ ਵੀ ਨਾ ਰਹੇਂਗੇ। ਬੜੇ ਪਿਆਰ ਦੇ ਰੰਗ ਵਿੱਚ ਰੰਗੇ ਹੋਏ ਸਾਰੀ ਰਾਤ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਵਿੱਚ ਪਹਿਰਾ ਦਿੱਤਾ ਹੈ। ਦਿਨ ਚੜਿਆ, ਅੰਮ੍ਰਿਤ ਵੇਲਾ ਹੋਇਆ, ਸਿੰਘ ਸਾਰੇ ਤਿਆਰ ਬਰ ਤਿਆਰ ਹੋ ਗਏ। ਗੁਰਦੇਵ ਨੇ ਆਖਿਆ, ਸਿੰਘੋ ਚਾਰੇ ਬਾਈਆਂ ਨੇ ਚਮਕੌਰ ਦੀ ਗੜੀ ਦੀਆਂ, ਚਾਰੇ ਬਾਈਆਂ ਦੇ ਉੱਤੇ ਵੀਰ ਆਸਣ ਲਾ ਕੇ ਬਹਿ ਜਾਓ। ਤੀਰ ਹਨ, ਗੋਲੀਆਂ ਜਿੰਨੀਆਂ ਹਨ, ਦੁਸ਼ਮਣ ਆਵੇ ਤਿਨਾਂ ਨੂੰ ਤੀਰ ਮਾਰ ਕੇ ਗੋਲੀਆਂ ਮਾਰ ਕੇ ਨੇੜੇ ਨਹੀਂ ਢੁਕਣ ਦੇਣਾ। ਜਿਹੜਾ ਨੇੜੇ ਆਵੇ ਉਹਨੂੰ ਨਾਲ ਹੀ ਮਾਰ ਮੁਕਾਉਣਾ ਹੈ। ਮਹਾਰਾਜ ਜੀ ਦੇ ਬਚਨ ਮੰਨ ਕੇ ਸਿੰਘਾਂ ਨੇ ਚਾਰੇ ਬਾਈਆਂ ਦੇ ਉੱਤੇ ਆਸਣ ਲਾ ਲਏ। ਕੁਝ ਸਿੰਘ ਦਰਵਾਜ਼ੇ ਦੇ ਉੱਤੇ, ਗੜੀ ਦਾ ਜਿਹੜਾ ਦਰਵਾਜ਼ਾ ਸੀ ਮੇਨ, ਭਾਈ ਕਾਠਾ ਸਿੰਘ ਜੀ, ਕੋਠਾ ਸਿੰਘ ਜੀ, ਉਹ ਆ ਕੇ ਇੱਥੇ ਆਣ ਕੇ ਖਲੋ ਗਏ ਪਹਿਰੇ ਦੇ ਉੱਤੇ। ਲੋ ਲੱਗਦਿਆਂ ਤੱਕ ਦੁਸ਼ਮਣ ਮਾਰੋ ਮਾਰ ਕਰਦਿਆਂ ਹੋਇਆਂ ਚਮਕੌਰ ਸਾਹਿਬ ਦੇ ਇਲਾਕੇ 'ਚ ਆ ਪਹੁੰਚਿਆ। ਚਾਰੇ ਪਾਸੇ ਘੇਰਾਬੰਦੀ ਹੋ ਗਈ। ਇੱਕ ਨਹੀਂ, ਦੋ ਨਹੀਂ, 10 ਲੱਖ ਦੁਸ਼ਮਣ ਦੀ ਫੌਜ ਚੜ ਕੇ ਆਈ ਹੈ। ਬੜੇ ਬੜੇ ਜਰਵਾਣੇ ਚੜ ਕੇ ਆਏ ਨੇ, ਖਵਾਜੇ ਖਿਜ਼ਰ ਖਾਂ ਵਰਗੇ, ਨਾਹਰ ਖਾਂ ਵਰਗੇ, ਸੂਬਾ ਸਰਹੰਦ ਵਜੀਦਾ ਪਾਪੀ ਵੀ ਨਾਲ ਹੈ। ਔਰ ਇਧਰੋਂ 22 ਧਾਰ ਦੀਆਂ ਰਿਆਸਤਾਂ ਦੇ ਰਾਜੇ 10 ਲੱਖ ਫੌਜ ਲੈ ਕੇ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਨੂੰ ਆ ਕੇ ਗੜੀ ਨੂੰ ਘੇਰਾਬੰਦੀ ਕਰਕੇ ਖਲੋ ਗਏ ਹਨ। ਦੂਰ ਤੱਕ ਕਾਲੇ ਰੰਗ ਦੀਆਂ ਵਰਦੀਆਂ ਪਾਈਆਂ ਹੋਈਆਂ ਸਿਪਾਹੀਆਂ ਨੇ। ਏਦਾਂ ਜਾਪਦਾ ਜਿਵੇਂ ਮੱਖੀਆਂ ਕਾਲੇ ਰੰਗ ਦੀਆਂ ਭਿਣ ਭਿਣ ਕਰਦੀਆਂ ਹਨ। ਦੂਰ ਤੱਕ ਫੌਜ ਹੀ ਫੌਜ ਨਜ਼ਰ ਆਉਂਦੀ ਹੈ। ਗਿਣਤੀ ਇਤਨੀ ਹੈ, ਜੇ ਚਾਹਣ ਤੇ ਇੱਕ ਇੱਕ ਮੁੱਠੀ ਭਰ ਕੇ ਮਿੱਟੀ ਦੀ ਵੀ ਗੜੀ ਤੇ ਪਾਉਣ ਤੇ ਸਾਰੀ ਗੜੀ ਨੂੰ ਮਿੱਟੀ ਥੱਲੇ ਦੱਬ ਸਕਦੇ ਸਨ। ਪਰ ਹੌਸਲਾ ਨਹੀਂ ਸੀ ਪੈਂਦਾ ਗੜੀ ਦੇ ਨੇੜੇ ਜਾਣ ਦਾ। ਭੈ ਆਉਂਦਾ ਸੀ ਮਨ ਵਿੱਚ, ਕਿਉਂਕਿ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਦੇ ਖਪਰੇ ਤੀਰਾਂ ਦੇ ਚਰਚੇ ਇਹਨਾਂ ਨੇ ਸੁਣੇ ਹੋਏ ਸਨ। ਇਹਨਾਂ ਵਿੱਚੋਂ ਬਹੁਤਿਆਂ ਨੇ ਮਹਾਰਾਜ ਜੀ ਦੇ ਚੱਲਦੇ ਹੋਏ ਤੀਰ ਸ੍ਰੀ ਅਨੰਦਪੁਰ ਸਾਹਿਬ ਦੇ ਜੰਗ 'ਚ ਵੇਖੇ ਸਨ, ਕਿਵੇਂ ਦਸਾਂ ਦੀਆਂ ਹਿੱਕਾਂ ਨੂੰ ਚੀਰ ਕੇ ਸੁੱਕੇ ਨਿਕਲ ਜਾਇਆ ਕਰਦੇ ਸਨ ਸਾਹਿਬ ਦੇ ਤੀਰ। ਇਹ ਜਾਣਦੇ ਸਨ। ਹੌਸਲਾ ਨਹੀਂ ਸੀ ਪੈਂਦਾ ਨੇੜੇ ਢੁਕਣ ਦਾ। ਦੂਰ ਦੂਰ ਹੀ ਉਤਾਰਾ ਕੀਤਾ, ਫਿਰ ਵੀ ਹੌਸਲਾ ਕਰਕੇ ਜਦੋਂ ਨੇੜੇ ਆਉਂਦੇ ਨੇ, ਗੜੀ ਦੀਆਂ ਦੀਵਾਰਾਂ ਤੇ ਬੈਠੇ ਸਿੰਘ ਤੀਰ ਮਾਰ ਕੇ, ਗੋਲੀਆਂ ਮਾਰ ਕੇ ਦੁਸ਼ਮਣਾਂ ਨੂੰ ਢੇਰੀ ਕਰਕੇ ਮਿੱਟੀ 'ਚ ਗਰਕ ਕਰ ਦਿੰਦੇ ਹਨ। ਆਖਰਕਾਰ 40 ਸਿੰਘਾਂ ਕੋਲ ਕਿੰਨਾ ਕੁ ਤੀਰ ਸਬਾਬ ਹੋਵੇਗਾ। ਤੀਰ ਮੁੱਕ ਗਏ, ਗੋਲੀਆਂ ਸਮਾਪਤ ਹੋ ਗਈਆਂ। ਦੁਸ਼ਮਣ ਦਲ ਦੇ ਸੂਰਮੇ ਜਿਹੜੇ ਨੇ ਨੇੜੇ ਨੇੜੇ ਆ ਕੇ ਢੁਕਣ ਲੱਗੇ।
ਮਲੇਰਕੋਟਲੇ ਦੇ ਨਵਾਬ ਦਾ ਭਰਾ ਸੀ ਨਾਹਰ ਖਾਂ। ਇਹਨੇ ਹੌਸਲਾ ਕੀਤਾ, ਗੜੀ ਦੀ ਕੰਧ ਨੂੰ ਪੌੜੀ ਲਾਈ, ਹੱਥ ਪਾ ਕੇ ਤਾਂ ਨੂੰ ਚੜ੍ਹਨ ਲੱਗਾ। ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਨਿਗਾਹ ਪਈ, ਬੁਰਜੀ ਵਿੱਚ ਮਹਾਰਾਜ ਜੀ ਬੈਠੇ ਸਨ। ਗੁਰਦੇਵ ਨੇ ਆਖਿਆ, ਨਾਹਰ ਖਾਂ ਤਗੜਾ ਹੋ ਜਾ, ਗੜੀ ਨੂੰ ਹੱਥ ਪਾ ਕੇ ਚੜ੍ਹ ਕੇ ਆਉਣ ਲੱਗਾ, ਤਗੜਾ ਹੋ ਜਾ, ਆਇਆ ਜੇ ਸਾਡਾ ਤੀਰ, ਜੇ ਬਚ ਸਕਦਾ ਤਾਂ ਬਚ ਜਾ। ਗੁਰਦੇਵ ਨੇ ਆਪਣਾ ਚੋਣਵਾ ਜਿਹਾ ਖੱਪਰਾ ਤੀਰ ਨਾਹਰ ਖਾਂ ਨੂੰ ਮਾਰਿਆ। ਨਾਹਰ ਖਾਂ ਜੰਗ ਦੇ ਮੈਦਾਨ ਵਿੱਚ ਜ਼ਮੀਨ ਦੇ ਉੱਤੇ ਮਿੱਟੀ ਵਿੱਚ ਡਿੱਗ ਕੇ ਗਰਕ ਹੋ ਗਿਆ। ਇਹਨੂੰ ਵੇਖ ਕੇ ਡਿੱਗੇ ਨੂੰ ਇੱਕ ਦੂਸਰੇ ਨੇ ਹੌਸਲਾ ਕੀਤਾ, ਉਹਦੇ ਸਿਰ 'ਚ ਜ਼ੋਰ ਨਾਲ ਵਗਾਵੀ ਗੁਰਜ ਮਾਰੀ। ਮਹਾਰਾਜ ਜੀ ਨੇ ਸਿਰ ਖੱਖੜੀ ਵਾਂਗੂ ਪਾੜ ਕੇ ਉਹਨੂੰ ਵੀ ਸੁੱਟ ਦਿੱਤਾ। ਤੀਸਰਾ ਖਵਾਜਾ ਖਿਜ਼ਰ ਖਾਂ ਹੌਸਲਾ ਕਰਕੇ ਜਦੋਂ ਚੜ੍ਹਨ ਲੱਗਾ, ਗੁਰਦੇਵ ਨੇ ਵੰਗਾਰਿਆ, ਠਹਿਰੋ ਖਵਾਜਾ ਖਿਜ਼ਰ ਖਾਂ। ਇਹਨੂੰ ਖਵਾਜਾ ਮਰਦੂਦ ਮਹਾਰਾਜ ਜੀ ਨੇ ਲਿਖਿਆ ਜ਼ਫਰਨਾਮੇ 'ਚ, ਠਹਿਰ ਜਾ। ਜਦੋਂ ਆਵਾਜ਼ ਮਾਰੀ, ਇੱਕਦਮ ਸਹਿ ਗਿਆ, ਭੱਜ ਕੇ ਪੌੜੀ ਤੋਂ ਛਾਲ ਮਾਰ ਕੇ ਥੱਲੜੇ ਪਾਸੇ ਕੰਧ ਦੇ ਓਲੇ ਹੋ ਗਿਆ ਵੀ ਇੱਥੇ ਤੀਰ ਨਹੀਂ ਵੱਜਣ ਲੱਗਾ। ਮਹਾਰਾਜ ਸੱਚੀ ਪਾਤਸ਼ਾਹ ਲਿਖਦੇ ਨੇ ਕਿ ਆ ਖਵਾਜਾ ਮਰਦੂਦ ਸਾਏ ਦੀਵਾਰ। ਕਹਿੰਦੇ ਖਵਾਜਾ ਮਰਦੂਦ ਜਿਸ ਨੇ ਕੰਧ ਦਾ ਆਸਰਾ ਲਿਆ ਤੇ ਆਪਣੀ ਜਾਨ ਬਚਾ ਗਿਆ। ਐ ਔਰੰਗਜ਼ੇਬ ਬਾਦਸ਼ਾਹ, ਜੇ ਖਵਾਜਾ ਖਿਜ਼ਰ ਖਾਂ ਪੌੜੀ ਤੇ ਹੱਥ ਪਾ ਕੇ ਚੜ੍ਹ ਕੇ ਉਤਾਂ ਨੂੰ ਆਉਂਦਾ ਤੇ ਇੱਕ ਤੀਰ ਜਿਵੇਂ ਮੈਂ ਨਾਹਰ ਖਾਂ ਨੂੰ ਬਖਸ਼ਿਆ ਸੀ, ਇਹਨੂੰ ਵੀ ਬਖਸ਼ੀ ਦਿੰਦਾ ਤੇ ਮਿੱਟੀ 'ਚ ਨਾਹਰ ਖਾਂ ਦੇ ਨਾਲ ਹੀ ਮਿਲਾ ਦਿੰਦਾ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਲੜ ਰਹੇ ਨੇ, ਵੀਰ ਅਸੀਂ ਬਿਰਤੀ ਦੇ ਰੰਗ ਵਿੱਚ ਰੰਗੇ ਹੋਏ ਨੇ। ਮਾਨਸਿਕ ਤੌਰ ਤੇ ਸਿੰਘ ਵੀ ਸਾਰੇ ਤਿਆਰ ਬਰ ਤਿਆਰ ਨੇ। ਕਿਸੇ ਦੇ ਅੰਦਰ ਢੈਂਦੀ ਕਲਾ ਦੀ ਬਿਰਤੀ ਨਹੀਂ ਹੈ ਕਿ 10 ਲੱਖ ਦੁਸ਼ਮਣ ਹੈ, ਅਸੀਂ ਕੇਵਲ 40 ਹਾਂ, ਏਦਾਂ ਦੀ ਨਾਮੋਸ਼ੀ ਨਹੀਂ ਹੈ। ਉਹ ਕਹਿੰਦੇ ਭਾਵੇਂ ਅਸੀਂ 40 ਹਾਂ, ਪਰ ਸਾਡੇ 40 ਦੇ ਸਿਰਾਂ ਤੇ ਕਲਗੀਆਂ ਵਾਲੇ ਪਾਤਸ਼ਾਹ ਖਲੋਤੇ ਨੇ। ਜਿਸ ਦੇ ਵੱਲ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਖੜੇ ਹੋਣ, ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ। ਜਾਮ ਗੁਰੂ ਹੈ ਵੱਲ ਲੱਖ ਬਾਹੇ ਕਿਆ ਕੀਜੇ, ਜਿਸ ਵੱਲ ਗੁਰੂ ਹੋਵੇ ਇਹ ਲੱਖਾਂ ਬਾਹਾਂ ਉਹਦਾ ਕੀ ਵਿਗਾੜ ਸਕਦੀਆਂ ਹਨ। ਜਿਸ ਵੱਲ ਗੁਰੂ ਹੋਵੇ ਉਸ ਦਾ ਇਹ ਲੱਖਾਂ ਬਾਹਾਂ ਕੀ ਵਿਗਾੜ ਸਕਦੀਆਂ ਹਨ। ਇਹ ਨਿਸ਼ਚਾ ਸੀ ਗੁਰੂ ਕੇ ਸਿੰਘਾਂ ਅੰਦਰ। ਤੇ ਬਾਜਾਂ ਵਾਲੇ ਪ੍ਰੀਤਮ ਵੀ ਕਹਿੰਦੇ ਸਨ, ਸਿੰਘੋ ਇਸ ਜੰਗ ਦੇ ਮੈਦਾਨ ਵਿੱਚ ਨਿਸ਼ਚੈ ਕਰ ਆਪਣੀ ਜੀਤ ਕਰੋ, ਅਸੀਂ ਇਹ ਜੰਗ ਜਿੱਤਣਾ ਹੈ। ਚਮਕੌਰ ਦਾ ਜੰਗ ਖਾਲਸੇ ਨੇ ਹਾਰਿਆ ਨਹੀਂ, ਇਹ ਜਿੱਤਿਆ ਹੈ। ਇਹ ਫੜਨ ਆਏ ਸਨ ਕਲਗੀਆਂ ਵਾਲੇ ਪਾਤਸ਼ਾਹ ਨੂੰ। ਗੁਰਦੇਵ ਵੈਰੀ ਦਲ ਦੀ ਹਿੱਕ ਨੂੰ ਚੀਰਦਿਆਂ ਹੋਇਆਂ ਇੱਥੋਂ ਸਾਬਤ ਨਿਕਲ ਕੇ ਆਪਣੇ ਸਿੰਘਾਂ ਸਮੇਤ ਗਏ ਨੇ, 3 ਸਿੰਘਾਂ ਸਮੇਤ। ਇਸ ਕਰਕੇ ਜੰਗ ਜਿੱਤੀ ਹੈ ਸਤਿਗੁਰਾਂ ਨੇ। 10 ਲੱਖ ਦੇ ਘੇਰੇ ਚੋਂ ਨਿਕਲਣਾ ਕੋਈ ਸੌਖੀ ਬਾਤ ਨਹੀਂ ਸੀ। ਇਹ ਸੂਰਮਤਾਈ ਸੀ, ਇਹ ਵੀਰ ਅਸੀਂ ਬਿਰਤੀ ਸੀ। ਜਿਸ ਵੇਲੇ ਤੀਰ ਮੁੱਕ ਗਏ, ਗੋਲੀਆਂ ਸਮਾਪਤ ਹੋ ਗਈਆਂ, ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਹੁਣ ਦੁਸ਼ਮਣ ਅੰਦਰ ਆ ਕੇ ਮਾਰੇ, ਇਹਦੇ ਨਾਲੋਂ ਚੰਗਾ ਅਸੀਂ ਆਪ ਬਾਹਰ ਜਾ ਕੇ ਦੁਸ਼ਮਣ ਨੂੰ ਮਾਰ ਕੇ ਮਰੀਏ। ਗੁਰਦੇਵ ਕੋਲੋਂ ਆਗਿਆ ਲੈ ਕੇ ਸਿੰਘਾਂ ਦੇ ਜਥੇ ਗੜੀ ਦਾ ਦਰਵਾਜ਼ਾ ਖੁੱਲਦਾ ਬਾਹਰ ਜਾਂਦੇ ਨੇ। ਲੜ ਕੇ ਅਨੇਕਾਂ ਦੁਸ਼ਮਣਾਂ ਦੇ ਨਾਲ ਅਨੇਕਾਂ ਨੂੰ ਕੱਟ ਕੇ ਜੰਗ ਦੇ ਮੈਦਾਨ ਵਿੱਚ ਗਰਕ ਕਰ ਦਿੰਦੇ ਹਨ। ਪਿਆਰੇ ਭਾਈ ਮੋਹਕਮ ਸਿੰਘ ਜੀ ਵਰਗੇ ਗੁਰੂ ਕੇ 5 ਪਿਆਰਿਆਂ ਵਿੱਚੋਂ ਉਹਨਾਂ ਆਖਿਆ, ਗੁਰਦੇਵ ਆਪ ਨੇ ਬਚਨ ਕੀਤਾ ਸੀ 1.25 ਲੱਖ ਨਾਲ ਇੱਕ ਲੜਾਉਣ ਦਾ, ਮੈਂ ਇਕੱਲਿਆ ਹੀ ਜੰਗ ਦੇ ਮੈਦਾਨ ਵਿੱਚ ਲੜ ਕੇ ਵੈਰੀਆਂ ਨਾਲ ਜੂਝਣਾ ਚਾਹੁੰਦਾ ਹਾਂ। ਗੁਰਦੇਵ ਦੇ ਨਾਲ ਬਚਨਾਂ ਤੇ ਪਹਿਰਾ ਦਿੰਦਿਆਂ ਅਨੇਕਾਂ ਨੂੰ ਮਾਰਦਿਆਂ ਭਾਈ ਮੋਹਕਮ ਸਿੰਘ ਜੀ ਸ਼ਹਾਦਤ ਪ੍ਰਾਪਤ ਕਰ ਗਏ। ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ, ਮਹਾਰਾਜ ਜੀ ਦੇ 5 ਪਿਆਰਿਆਂ ਵਿੱਚੋਂ ਇਹ 3 ਪਿਆਰੇ ਜਿਨ੍ਹਾਂ ਨੇ ਚਮਕੌਰ ਦੇ ਜੰਗ ਦੇ ਅੰਦਰ ਵੈਰੀ ਦਲ ਦੇ ਨਾਲ ਜੂਝਦਿਆਂ ਲੋਹਾ ਲੈਂਦਿਆਂ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। ਧੰਨੇ ਗੁਰੂ ਕੇ 3 ਪਿਆਰੇ। ਸਾਨੂੰ ਤਾਂ ਇੱਕ ਵਾਰੀ ਸਿਰ ਦੇਣਾ ਪੈ ਜੇ ਤਾਂ ਉਹ ਵੀ ਸਾਡੇ ਲਈ ਔਖਾ ਹੈ। ਇਹ ਧੰਨ ਨੇ ਜਿਨ੍ਹਾਂ ਨੇ 2 ਵਾਰ ਕਲਗੀਧਰ ਦੇ ਚਰਨਾਂ 'ਚ ਆਪਣਾ ਸੀਸ ਦਿੱਤਾ। ਇਹ ਗੁਰੂ ਕੇ 3 ਪਿਆਰੇ ਜਿਨ੍ਹਾਂ 2 ਵਾਰੀ ਸਿਰ ਦਿੱਤਾ ਮਹਾਰਾਜ ਜੀ ਦੇ ਚਰਨਾਂ 'ਚ। ਇੱਕ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਖਾਲਸੇ ਸਾਜਣਾ ਦਿਵਸ ਸਮੇਂ, ਔਰ ਦੂਸਰੀ ਵਾਰ ਚਮਕੌਰ ਦੀ ਗੜੀ ਵਿੱਚ ਸਤਿਗੁਰਾਂ ਦੀਆਂ ਨੇਤਰਾਂ ਦੀਆਂ ਅੱਖਾਂ ਦੇ ਸਾਹਮਣੇ। 3 ਪਿਆਰੇ ਸ਼ਹੀਦੀਆਂ ਪ੍ਰਾਪਤ ਕਰ ਗਏ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਨੇ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਪਿਤਾ ਜੀ
ਮੈਂ ਜੰਗ ਦੇ ਮੈਦਾਨ 'ਚ ਜਾ ਕੇ ਲੜਨਾ ਚਾਹੁੰਦਾ ਹਾਂ, ਜੂਝਣਾ ਚਾਹੁੰਦਾ ਹਾਂ। ਗੁਰਦੇਵ ਮੁਸਕਰਾਏ, ਪ੍ਰਸੰਨਤਾ ਪ੍ਰਗਟ ਕੀਤੀ, ਆਖਿਆ ਅਜੀਤ ਸਿੰਘ ਜੀ ਤੁਸੀਂ ਆਪ ਉੱਠ ਕੇ ਹਾਜ਼ਰ ਹੋਏ ਹੋ। ਪੰਥ ਦੇ ਵਿੱਚ ਜਜ਼ਬਾ ਆਵੇਗਾ ਤੁਹਾਡੇ ਤੋਂ, ਜਦੋਂ ਕੁਰਬਾਨੀ ਦੀ ਲੋੜ ਹੋਇਆ ਕਰੇਗੀ ਤੁਹਾਡੇ ਵਾਂਗੂ ਉੱਠ ਕੇ ਸਿੰਘ ਆਪ ਹੱਥ ਜੋੜ ਕੇ ਆਖਿਆ ਕਰਨਗੇ ਮੈਂ ਪਹਿਲਾਂ ਕੁਰਬਾਨੀ ਦੇਣੀ ਹੈ। ਸਾਹਿਬਜ਼ਾਦਾ ਅਜੀਤ ਸਿੰਘ ਇਹ ਜਜ਼ਬਾ ਤੁਹਾਡੇ ਵਾਲਾ ਖਾਲਸੇ ਪੰਥ ਦੇ ਵਿੱਚ ਤੁਹਾਡੇ ਰਾਹੀਂ ਪ੍ਰਵੇਸ਼ ਹੋਵੇਗਾ। ਬਾਬਾ ਅਜੀਤ ਸਿੰਘ ਸਾਹਿਬ ਨੇ ਗੁਰਦੇਵ ਨੂੰ ਨਮਸਕਾਰ ਕੀਤੀ। ਪਾਤਸ਼ਾਹ ਨੇ ਬਚਨ ਆਖਿਆ, ਅਜੀਤ ਸਿੰਘ ਤੁਹਾਨੂੰ ਇਤਨਾ ਕਹਿਣਾ ਕਾਫੀ ਹੈ, ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਹੋ। ਤੁਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਹੋ, ਜਿਨ੍ਹਾਂ ਨੇ ਤਿਲਕ ਤੇ ਜੰਜੂ ਦੀ ਰਾਖੀ ਵਾਸਤੇ ਆਪਣਾ ਸੀਸ ਦਿੱਤਾ ਹੈ। ਆਖਿਆ ਪਿਤਾ ਜੀ ਆਪ ਜੀ ਨੇ ਮੇਰਾ ਨਾਮ ਅਜੀਤ ਰੱਖਿਆ ਹੈ, ਅਜੀਤ ਸਿੰਘ ਰੱਖਿਆ ਹੈ। ਅਜੀਤ ਦਾ ਮਤਲਬ ਹੁੰਦਾ ਜਿੱਤਿਆ ਨਹੀਂ ਜਾ ਸਕਦਾ, ਉਹਨੂੰ ਕਹਿੰਦੇ ਨੇ ਅਜੀਤ। ਨਾਮ ਕਾ ਅਜੀਤ ਹੂੰ, जीता ना जाऊंगा, जीता गया तो मुड़ के जीता नहीं आऊंगा। महाराज मेरा नाम अजीत सिंह है, मैं दुश्मन दल वालों जितया नहीं जावांगा, जे जितया गया भी ते मैं बचन करके जांदा हां आप जी दे चरनां विच जिउंदा वापस नहीं आवांगा। पिता जी पासों थापड़ा लैके सह बाबा अजीत सिंह जी कुछ सिंघां दा जथा अपने नाल लैके चमकौर दी गढ़ी विच लड़ना शुरू कीता है। ਇਹੋ ਜੀ ਬਹਾਦਰੀ ਨਾਲ ਬਾਬਾ ਜੀ ਪਹਿਲਾਂ ਨੇਜੇ ਨਾਲ ਦੁਸ਼ਮਣਾਂ ਦੀਆਂ ਛਾਤੀਆਂ ਪਰੋਈਆਂ, ਅਨੇਕਾਂ ਨੂੰ ਮਾਰਦਿਆਂ ਜਦੋਂ ਨੇਜੇ ਦੀ ਚੂੜ ਉਖੜ ਗਈ, ਨੇਜਾ ਟੁੱਟ ਗਿਆ, ਤਾਂ ਬਾਬਾ ਅਜੀਤ ਸਿੰਘ ਸਾਹਿਬ ਨੇ ਆਪਣੀ ਸਦਾ ਦੀ ਸਾਥਣ ਤਲਵਾਰ ਮਿਆਨ ਚੋਂ ਧੂ ਲਈ। ਤਲਵਾਰ ਨਾਲ ਲੜਦਿਆਂ ਲੜਦਿਆਂ ਅਨੇਕਾਂ ਨੂੰ ਕੱਟਦਿਆਂ ਆਪਣੇ ਤਨ ਤੇ ਅਨੇਕਾਂ ਫੱਟ ਸਹਾਰਦਿਆਂ ਆਖੀਰ ਨੂੰ ਤਲਵਾਰ ਵੀ ਟੁੱਟ ਗਈ, ਨਿਹੱਥੇ ਹੋ ਗਏ, ਘੋੜਾ ਵੀ ਚਾਲੇ ਪਾ ਗਿਆ, ਪੈਰਾਂ ਤੇ ਆ ਗਏ। ਇੱਕ ਜਰਨੈਲ ਹਾਥੀ ਦੀ ਅੰਬਾਰੀ ਤੇ ਬੈਠਾ, ਉਹ ਵੇਖ ਕੇ ਕਹਿਣ ਲੱਗਾ ਫੜ ਲੋ ਗੁਰੂ ਦੇ ਫਰਜ਼ੰਦ ਨੂੰ, ਜਿਉਂਦੇ ਨੂੰ ਬਾਦਸ਼ਾਹ ਕੋਲ ਭੇਟ ਕਰਕੇ ਪੇਸ਼ ਕਰਕੇ ਇਨਾਮ ਲਵਾਂਗੇ। ਬਾਬਾ ਜੀ ਪੱਬਾਂ ਭਰਨੇ ਸਨ, ਹਾਥੀ ਦੀ ਅੰਬਾਰੀ ਤੇ ਬੈਠੇ ਜਰਨੈਲ ਨੂੰ ਵੇਖ ਕੇ ਇੱਕਦਮ ਜਿਵੇਂ ਸ਼ੇਰ ਛਾਲ ਮਾਰਦਾ ਨਾ, ਛਾਲ ਮਾਰ ਕੇ ਅੰਬਾਰੀ ਦੀਆਂ ਜਿਹੜੇ ਡੰਡੇ ਹੁੰਦੇ ਉਹਦੇ ਚ ਆਪਣੀਆਂ ਕੂਣੀਆਂ ਦੀਆਂ ਅਰਕਾਂ ਫਸਾ ਲੀਆਂ, ਮਿਆਨ ਵਿੱਚੋਂ ਕਟਾਰ ਕੱਢੀ ਹੈ, ਕਮਰ ਕੱਸੇ ਛੋਟੀ ਕਟਾਰ ਕੱਢ ਕੇ ਉਸ ਜਰਨੈਲ ਦੇ ਪੇਟ ਵਿੱਚ ਧਸਾ ਕੇ ਉਹਦੀਆਂ ਸਾਰੀਆਂ ਆਂਦਰਾਂ ਕੱਢ ਕੇ ਬਾਹਰ ਸੁੱਟ ਦਿੱਤੀਆਂ। ਜਿਹੜਾ ਕਹਿੰਦਾ ਸੀ ਫੜ ਲਓ ਗੁਰੂ ਜੀ ਦੇ ਫਰਜ਼ੰਦ ਨੂੰ, ਉਹਦਾ ਕੀਰਤਨ ਸੋਹਿਲਾ ਉਸੇ ਵੇਲੇ ਪੜ ਦਿੱਤਾ। ਪਿੱਛੋਂ ਕਿਸੇ ਨੇ ਤੇਗ ਚਲਾਈ, ਕਿਸੇ ਨੇ ਤੀਰ ਚਲਾਇਆ, ਕਿਸੇ ਨੇ ਗੋਲੀ ਚਲਾਈ, ਅਖੀਰ ਅਨੇਕਾਂ ਸ਼ਸਤਰਾਂ ਦੇ ਫੱਟ ਆਪਣੇ ਸਰੀਰ ਤੇ ਚੱਲਦਿਆਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਅੱਜ ਦੇ ਦਿਨ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਵੱਡੇ ਵੀਰ ਨੂੰ ਜੂਝਦਿਆਂ ਵੇਖ ਕੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਸਾਹਿਬ ਆਖਿਆ ਪਿਤਾ ਜੀ ਮੈਨੂੰ ਵੀ ਆਗਿਆ ਦਿਓ, 14 ਸਾਲ ਦੀ ਉਮਰ, ਹਾਲੇ ਚਿਹਰੇ ਤੇ ਦਾੜਾ ਨਹੀਂ ਉਤਰਿਆ, ਆਗਿਆ ਦਿਓ ਪਿਤਾ ਜੀ। ਗੁਰਦੇਵ ਕਹਿੰਦੇ ਜੁਝਾਰ ਸਿੰਘ कल थे 4 अब हो 2 अब तुम भी चले हो, तुसी भी चले हो। कल 4 सी, इत्थे तक पहुंचदे दोवां चों एक शहीद हो गए ने, हुण तुसी रह गए सी, तुसी भी चले हो। बेटा नाजों से पले हो, दुनिया हुई अंधेर जब आंख से टले हो। बड़े प्यार नाल रीझां नाल पालिया तुहानू तुहाडी दादी ने, असी बड़े चाह नाल तुहानू पालिया, पर बस इतना कहना कि तुसी साहिबजादा अजीत सिंह दे छोटे वीर हो। जुझार सिंह जी ने, बाबा जुझार सिंह साहब जी ने गुरुदेव नू नमस्कार कीती। सतगुरु आप अपने साहिबजादे दे सीस ते कलगी सजाउंदे है, आप अपने हथीं
ਬਾਬਾ ਜੁਝਾਰ ਸਿੰਘ ਜੀ ਦੇ ਗਾਤਰੇ ਤਲਵਾਰ ਸਜਾਉਂਦੇ ਆ। ਆਖਿਆ ਮੇਰੇ ਪੁੱਤ ਨੇ ਮੌਤ ਰੂਪੀ ਲਾੜੀ ਵਿਆਹਣੀ ਹੈ, ਮੈਂ ਰੀਝਾਂ ਤਾਂ ਕਰ ਲਵਾਂ, ਜਿਹੜੀਆਂ ਰੀਝਾਂ ਤੁਹਾਡੀ ਦਾਦੀ ਮਾਂ ਨੇ ਕਰਦੀਆਂ ਸਾਨੂੰ ਮੈਂ ਕਰ ਲਵਾਂ। ਆਪ ਆਪਣੇ ਹੱਥੀਂ ਬਾਬਾ ਜੁਝਾਰ ਸਿੰਘ ਜੀ ਨੂੰ ਤਿਆਰ ਬਰ ਤਿਆਰ ਕਰਕੇ ਗੁਰਦੇਵ ਨੇ ਜੰਗ ਦੇ ਮੈਦਾਨ ਨੂੰ ਟੋਰਿਆ। ਕੁਝ ਸਿੰਘਾਂ ਦਾ ਜਥਾ ਆਪਣੇ ਨਾਲ ਲੈ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਜਦੋਂ ਰਣ ਭੂਮੀ 'ਚ ਲੜੇ, ਵਾਕਈ ਇਹੋ ਜਿਹਾ ਜਨਾਜ, ਇਹੋ ਜਿਹਾ ਜੁਝਾਰ, ਇਹੋ ਜਿਹਾ ਜੂਝੇ ਕਿ ਦੁਸ਼ਮਣ ਵੀ ਆਪਣੀਆਂ ਦੰਦਾਂ ਥੱਲੇ ਉਂਗਲੀਆਂ ਚਬਾ ਕੇ ਕਹਿੰਦਾ ਸੀ, ਕਹਿੰਦਾ ਇਹ ਨੀਮਚਾ ਲਾਏ ਹੈ ਗੁਰੂ ਜੀ ਕੀ ਕਮਰ ਸੇ। ਆਹਾ, ਇਹ ਤਾਂ ਨੀਮਚਾ ਇੱਕ ਤਲਵਾਰ ਹੁੰਦੀ ਹੈ, ਲੰਮੇ ਆਕਾਰ ਦੀ ਹੁੰਦੀ ਹੈ, ਟੁੱਟਦੀ ਨਹੀਂ। ਡਾਂਗ ਨਾਲ ਵੀ ਉਹਦੇ ਨਾਲ ਲੜਿਆ ਜਾ ਸਕਦਾ, ਉਹ ਟੁੱਟਦੀ ਨਹੀਂ। ਕਹਿੰਦੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਮਰ ਚੋਂ ਨਿਕਲਿਆ ਹੋਇਆ ਨੀਮਚਾ ਹੈ। ਕਹਿੰਦੇ 4 ਕੋਹ ਤੱਕ ਵੈਰੀਆਂ ਨੂੰ ਚੀਰਦਿਆਂ ਬਾਬਾ ਜੁਝਾਰ ਸਿੰਘ ਜੀ ਇੱਕ ਵਾਰੀ ਨਿਕਲ ਗਏ, ਕਿਸੇ ਦੇ ਹੱਥ ਨਹੀਂ ਲੱਗੇ, ਕਾਬੂ ਨਹੀਂ ਆਏ। ਇਹੋ ਜਿਹੀ ਫੁਰਤੀ, ਵੱਢਦੇ ਜਾਣ, ਕੱਟਦੇ ਜਾਣ। ਅਖੀਰ ਨੂੰ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਵੀ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦਾ ਨਾਮ ਸਿਮਰਦਿਆਂ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਸ਼ਹਾਦਤ ਦਾ ਜਾਮ ਪ੍ਰਾਪਤ ਕਰਨ ਤੋਂ ਉਪਰੰਤ ਗੁਰੂ ਚਰਨਾਂ ਵਿੱਚ ਇਕਮਿਕ ਹੋ ਗਏ। ਕਲਗੀਆਂ ਵਾਲੇ ਸੁਆਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਨਿਰੰਕਾਰ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਵਾਹਿਗੁਰੂ ਜੀ, ਆਪ ਜੀ ਦੀ ਅਮਾਨਤ ਆਪ ਜੀ ਦੇ ਚਰਨਾਂ 'ਚ ਸੌਂਪ ਦਿੱਤੀ ਹੈ। ਮੈਂ ਅੱਜ ਸੁਰਖਰੂ ਹੋ ਗਿਆ। ਜਿਸ ਜਾ पे कल को लुट के है जाना ये वही है। ਸੁਰਖਰੂ ਹੋ ਗਿਆ। ਮੈਂ ਤੁਹਾਡੀ ਅਮਾਨਤ ਤੁਹਾਡੇ ਚਰਨਾਂ 'ਚ ਅਰਪਣ ਕਰ ਦੇ। ਜਦੋਂ ਤੱਕ ਕਿਸੇ ਦੀ ਅਮਾਨਤ ਕੋਲ ਹੋਵੇ ਨਾ, ਚਿੰਤਾ ਹੁੰਦੀ ਹੈ, ਉਹਨੂੰ ਵਾਪਸ ਕਰਨੀ ਹੈ। ਹੁਣ ਵਾਪਸ ਕਰ ਦਿੱਤੀ ਹੈ ਮਹਾਰਾਜ, ਮੈਂ ਸੁਰਖਰੂ ਹਾਂ। ਭਾਈ ਰਤਨ ਸਿੰਘ ਭੰਗੂ ਜੀ ਨੂੰ ਪੁੱਛਿਆ ਅੰਗਰੇਜ਼ ਅਫਸਰ ਨੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਪੁੱਤਰ ਸ਼ਹੀਦ ਕਿਉਂ ਕਰਵਾਏ? ਤੇ ਰਤਨ ਸਿੰਘ ਨੇ ਬੜਾ ਸੁੰਦਰ ਜਵਾਬ ਦਿੱਤਾ। ਕਹਿੰਦੇ ਧਰਤੀ ਦਾ ਪੁੱਤਰ ਹੁੰਦਾ ਘਾਹ, ਧਰਤੀ ਦਾ ਆਪਣਾ ਪੁੱਤਰ ਜਿਹੜਾ ਨਾ ਉਹ ਘਾਹ ਹੁੰਦਾ। ਧਰਤੀ ਉਸ ਘਾਹ ਨੂੰ ਮਾਰ ਕੇ ਦੂਸਰੀ ਫਸਲ ਨੂੰ ਪੈਦਾ ਕਰਦੀ ਹੈ, ਕਿਉਂਕਿ ਜੇ ਘਾਹ ਹੋਵੇਗਾ ਤੇ ਉਹ ਫਸਲ ਦੂਸਰੀ ਫਲੀ ਭੂਤ ਨਹੀਂ ਹੋਵੇਗੀ, ਉਨੀ ਉਹ ਆਪਣਾ ਪੁੱਤਰ ਉਹਦੇ ਤੋਂ ਕੁਰਬਾਨ ਕਰ ਦਿੰਦੀ ਹੈ ਦੂਸਰੀ ਬਗਾਨੀ ਫਸਲ ਵਾਸਤੇ, ਆਪਣਾ ਪੁੱਤਰ ਵਾਰਦੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹੀ ਕੀਤਾ। ਉਹਨਾਂ ਆਪਣੇ ਪੁੱਤਰ ਵਾਰ ਕੇ ਸਾਡੇ ਵਰਗਿਆਂ ਨੂੰ ਆਪਣੇ ਬਣਾਇਆ ਤੇ ਆਖਿਆ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸਾਹਿਬਜ਼ਾਦਿਆਂ ਦਾ ਜੋ ਸ਼ਹੀਦੀ ਦਿਨ ਹੈ, ਤਕਰੀਬਨ 8:30 ਵਜੇ ਦੀਵਾਨ ਸਜਣਾ ਹੈ। ਬਾਹਰ ਦੀਵਾਨ ਹਾਲ ਵਿੱਚ ਸੰਗਤੀ ਰੂਪ ਦੇ ਵਿੱਚ ਜਪਜੀ ਸਾਹਿਬ ਦੇ ਪਾਠ ਹੋਣੇ ਨੇ। ਜਿਹੜੀਆਂ ਸੰਗਤਾਂ ਘਰਾਂ ਵਿੱਚ ਬੈਠੀਆਂ ਟੀਵੀ ਰਾਹੀਂ ਕਥਾ ਸਰਵਣ ਕਰ ਰਹੀਆਂ ਨੇ, ਜਾਂ ਜਿੰਨੇ ਸੰਗਤ ਇੱਥੇ ਹਾਜ਼ਰ ਹੈ, ਉਹ 8:30 ਤੋਂ 9:30 ਵਜੇ ਦੇ ਨਾਲ ਸਮਾਗਮਾਂ ਵਿੱਚ ਹਾਜ਼ਰੀਆਂ ਭਰੋ। ਜਪਜੀ ਸਾਹਿਬ ਦੇ ਪਾਠ ਕਰਕੇ ਸਾਹਿਬਜ਼ਾਦਿਆਂ ਦੀਆਂ, ਚਮਕੌਰ ਦੇ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਜਿਸ ਵਕਤ ਦੋਨੋਂ ਸਾਹਿਬਜ਼ਾਦੇ ਸ਼ਹੀਦੀ ਪ੍ਰਾਪਤ ਕਰ ਗਏ, ਲੜਦਿਆਂ ਲੜਦਿਆਂ ਸਾਰਾ ਦਿਨ ਅੱਜ ਦਾ ਬਤੀਤ ਹੋ ਗਿਆ। ਦੁਸ਼ਮਣ ਨੇੜੇ ਨਹੀਂ ਟੁੱਕ ਸਕਿਆ, ਵੈਰੀ ਦਲ ਨੇੜੇ ਨਹੀਂ ਆ ਸਕਿਆ, ਦੂਰ ਹੀ ਰਹੇ। ਡਰ ਆਉਂਦਾ ਸੀ, ਭੈ ਆਉਂਦਾ ਸੀ ਵੀ ਨੇੜੇ ਕਿਵੇਂ ਜਾਈਏ। ਜਿਹੜੇ ਨਾਰਖਾਂ ਵਰਗੇ 2-3 ਗਏ ਸਨ ਪਹਿਲਾਂ ਨੇੜੇ, ਉਹ ਵੇਖ ਚੁੱਕੇ ਸਨ ਉਹਨਾਂ ਦਾ ਕੀ ਹਸਰ ਹੋਇਆ, ਕੀ ਹਸ਼ਰ ਹੋਇਆ। ਇਸ ਕਰਕੇ ਦੂਰੋਂ ਦੂਰੋਂ ਹੀ ਗੋਲੀਆਂ ਦਾਗਦੇ ਆ। 10 ਲੱਖ ਦੁਸ਼ਮਣ ਨੂੰ 40 ਨੇ ਸਾਰਾ ਦਿਨ ਰੋਕ ਕੇ ਰੱਖਿਆ। ਹੈ ਅਨੋਖਾ ਜੰਗ। ਫਿਰ ਉਹਨਾਂ 'ਚ ਹੌਸਲਾ ਨਹੀਂ। ਗੁਰਦੇਵ ਬੁਰਜੀ ਵਿੱਚ ਬੈਠੇ ਚਮਕੌਰ ਦੀ ਗੜੀ,
ਇੱਕ ਇੱਕ ਤੀਰ ਨਾਲ ਅਨੇਕਾਂ ਦੁਸ਼ਮਣਾਂ ਦੀਆਂ ਛਾਤੀਆਂ ਨੂੰ ਪਰੋ ਰਹੇ ਨੇ। ਇੱਕ ਇੱਕ ਤੀਰ ਨਾਲ। ਇੱਕ ਤੀਰ ਐਸਾ ਵੀ ਚਲਾਣ ਲੱਗੇ, ਚਿਲੇ ਤੇ ਰੱਖ ਕੇ ਕਹਿਣ ਲੱਗੇ ਸਰਬਨਾਸ਼, ਤੇ ਪਿਆਰੇ ਭਾਈ ਦਇਆ ਸਿੰਘ ਨੇ ਚਰਨ ਫੜ ਲਏ, ਮਹਾਰਾਜ ਜੇ ਸਾਰੇ ਹੀ ਨਾਸ਼ ਹੋ ਗਏ ਤੇ ਜਿਹੜਾ ਖਾਲਸਾ ਸਾਜਿਆ ਆਪ ਜੀ ਨੇ, ਇਹਨਾਂ ਵਾਸਤੇ ਪਿੱਛੇ ਕੀ ਬਚੇਗਾ? ਇਹ ਵੀ ਤਾਂ ਜੂਝਣਗੇ। ਮਹਾਰਾਜ ਸਹਿਜੇ ਸਹਿਜੇ ਮਾਰਾਂਗੇ ਇਹਨਾਂ ਨੂੰ। ਜੇ ਕਿਤੇ ਉਹ ਤੀਰ ਚਲਾ ਦਿੰਦੇ ਤੇ ਸ਼ਾਇਦ ਸਾਰੀ ਪ੍ਰਕਿਰਤੀ ਪਰਲੇ ਕਾਲ ਦੇ ਆਗੋਸ਼ ਵਿੱਚ ਚਲੀ ਜਾਂਦੀ। ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਾ ਜਿਸ ਜਗ੍ਹਾ ਤੇ ਜਾਮ ਪ੍ਰਾਪਤ ਕੀਤਾ, ਉਹ ਪਾਵਨ ਸਥਾਨ ਚਮਕੌਰ ਸਾਹਿਬ, ਉਹ ਪਵਿੱਤਰ ਤੇ ਮੁਬਾਰਕ ਧਰਤੀ, ਜਿਸ ਬਾਬਤ ਇਹ विद्वान लिखता है बस एक तीर्थ है हिंद में यात्रा के लिए। जे अगर यात्रा करनी है किसी तीर्थ की, तुसी अपने जीवन विच अपनी जिंदगी नूं सफलिया बनाना चाहुंदे हो ते चाहुंदे हो भी यात्रा करके सफल होवे, तां कहंदे यात्रा वास्ते केवल इक्को एक तीर्थ है इस पूरे हिंदुस्तान की धरती ते, कटाए बाप ने बेटे जहां खुदा के लिए, वो चमकौर साहब की पवित्र धरती है, जिथे गरीब नवाज साहब जी निरंकार परमेश्वर दे शुक्र विच भिजे ने। चमकौर साहब दे उन्हां समूह शहीदां नूं, जिथे भाई आलम सिंह नचणे वर्गे, भाई मोहकम सिंह जी, भाई साहब सिंह जी, भाई हिम्मत सिंह जी, पंजोखरा साहब दे रहण वाले भाई लाल सिंह जी। ये लाल सिंह जी कौन सन? ਉਹੀ लाल सिंह जिस दा मान गुरु हरकृष्ण साहब ने तोड़िया सी पंडित लाल चंद जी। गीता दे अर्थ कराए सन छज्जू चीवर पासों, इहदा मान तोड़ के इहो जिहा मान टुटिया इस गुरु के लाल दा। गुरु हरकृष्ण साहब दे चरनां च सिੱਖੀ धारण कीती ते कलगियां वाले गुरदेव दे कोलों खंडे दी पौल छक के ये लाल सिंह होए। इन्हां भी इस चमकौर दी गढ़ी च शहीदी प्राप्त कीती। भाई कोठा सिंह जी, भाई बीर सिंह जी, भाई संगत सिंह जी, अनेकां गुरु के लाल चमकौर दी इस गढ़ी दे विच शहादत दा जाम प्राप्त कर गए। उन्हां समूह शहीदां नूं और साहबजादा बाबा अजीत सिंह साहब जी नूं, साहबजादा बाबा जुझार सिंह साहब जी नूं, उन्हां दी शहादत नूं कोटि कोटि प्रणाम ते नमस्कार है। सिर जावे तां जावे मेरा सिक्खी सिदक ना जावे, सिर जावे तां जावे मेरा सिक्खी सिदक ना जावे। सिर जावे तां जावे मेरा सिक्खी सिदक ना जावे, सिर जावे तां जावे मेरा सिक्खी सिदक ना जावे, सिर जावे तां जावे मेरा सिक्खी सिदक ना जावे, जावे तां जावे मेरा सिक्खी सिदक ना जावे, सिर जावे तां जावे मेरा सिक्खी सिदक ना जावे। ये ओही रंग है जिस बारे कल कहा सी ना साहब ने हुक्मनामे च, ऐसो रंग ना डेठ, ऐसो रंग ना डेठ, ऐसो रंग ना डीठ, ऐसो रंग ना डीठ, ऐसो रंग ना डेठ, ऐसो रंग ना डेठ, ऐसो रंग ना डीठ, ऐसो रंग ना डीठ। ये साहब जी दी भगती दा रंग है। ये अनोखा रंग जो गुरु के लालां दे उत्ते चढ़िया होया दुनिया दे किसे होर मजहब दे विच, किसे होर धर्म विच, किसे होर फिरके विच वेखण नूं नहीं आउंदा।
ਨਮਸਕਾਰ ਹੈ, ਕੋਟੀ ਕੋਟੀ ਪ੍ਰਣਾਮ ਹੈ ਸਮੂਹ ਸ਼ਹੀਦਾਂ ਨੂੰ। ਪ੍ਰਣਾਮ ਸ਼ਹੀਦਾਂ ਨੂੰ, ਨਮਸਕਾਰ। ਹੁਕਮਨਾਮਾ ਸਾਹਿਬ ਨੇ ਅੰਮ੍ਰਿਤ ਵੇਲੇ ਬਖਸ਼ਿਆ ਹੈ। ਸੋਹੀ ਦੀ ਵਾਰ ਚੋਂ ਸਰਵਣ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਦੂਜਾ। ਕਿਸ ਹੀ ਕੋਈ ਕੋਏ ਮਨ ਨਿਮਾਣੀ ਇੱਕ ਤੂੰ। ਸ਼ਲੋਕ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਉਚਾਰਨ ਕਰਦੇ। ਕਿਸੇ ਦਾ ਕੋਈ ਆਸਰਾ ਮਹਾਰਾਜ। ਇਹ ਸਾਹਿਬ ਜੀ ਸਾਡੇ ਨਿਮਾਣਿਆਂ ਦੇ ਆਸਰੇ ਤੁਸੀਂ। ਆ ਜਿਹੜੀ ਰਾਤ ਅੱਜ ਆਉਣੀ ਹੈ, ਜਦੋਂ ਗੁਰਦੇਵ ਨੇ ਗੜੀ ਛੱਡੀ ਹੈ, ਸਿੰਘਾਂ ਇਹੀ ਕਿਹਾ ਸੀ, ਮਹਾਰਾਜ ਤੁਸੀਂ ਸਾਡੇ ਵਰਗੇ ਕਰੋੜਾਂ ਪੈਦਾ ਕਰ ਸਕਦੇ ਹੋ, ਅਸੀਂ ਅਰਬਾਂ ਖਰਬਾਂ ਰਲ ਕੇ ਵੀ ਤੁਹਾਡੇ ਜੈਸਾ ਗੁਰੂ ਨਹੀਂ ਪ੍ਰਾਪਤ ਕਰ ਸਕਦੇ। ਮਹਾਰਾਜ ਸਾਡੇ ਤਾਂ ਸਿਰਫ ਤੁਸੀਂ। ਚਲੇ ਜਾਓ ਚਮਕੌਰ ਦੀ ਗੜੀ ਨੂੰ ਛੱਡ ਕੇ। ਗੁਰਦੇਵ ਨਹੀਂ ਸਨ ਚਾਹੁੰਦੇ ਆਉਣਾ, ਲੜ ਕੇ ਜੂਝਣਾ ਚਾਹੁੰਦੇ ਸੀ, ਪਰ ਸਿੰਘਾਂ ਨੇ ਬਾਰ-ਬਾਰ ਕਿਹਾ। ਬਾਰ-ਬਾਰ ਸਿੰਘਨ ਕੇ ਕਹਿਬੇ ਨਿਕਸਨ ਕੀ ਕਰ ਤਿਆਰੀ। ਜਦੋਂ ਬਾਰ-ਬਾਰ ਕਿਹਾ ਤੇ ਫਿਰ ਤਿਆਰੀ ਕੀਤੀ ਚੱਲਣ। ਆਖਿਆ ਕਿਸੇ ਹੀ ਕੋਈ ਮਹਾਰਾਜ, ਕਿਸੇ ਦਾ ਕੋਈ, ਪਰ ਸਾਡੇ ਨਿਮਾਣਿਆਂ ਦੇ ਆਸਰੇ ਹੇ ਬਾਜਾਂ ਵਾਲੇ ਚੋਜੀ ਪ੍ਰੀਤਮ ਸਤਿਗੁਰੂ ਜੀ ਤੁਸੀਂ ਹੋ। ਕਿਉਂ ਨਾ ਮਰੀਜੈ ਰੋਏ ਜਾਂ ਲੱਗ ਚਿਤ ਨ ਆਵਹੀ। ਅਸੀਂ ਕਿਉਂ ਨਾ ਤੁਹਾਡੇ ਵਿਛੋੜੇ 'ਚ ਤੜਫ ਤੜਫ ਕੇ ਰੋ ਰੋ ਕੇ ਮਰ ਜਾਈਏ ਜਦੋਂ ਤੱਕ ਤੁਸੀਂ ਚੇਤੇ ਨਾ ਆਵੋ। ਹਾਂਜੀ। ਮਹਲਾ ਦੂਜਾ। ਜਾਂ ਸੁਖ ਤਾਂ ਸੁਰਾਵਿਓ ਦੁੱਖ ਭੀ ਸੰਭਾਲਿਓ ਏ। ਜੇ ਸੁਖ ਹੈ ਤਾਂ ਸੌ ਨੂੰ ਰਾਵੀਏ, ਜੇ ਦੁੱਖ ਹੋਵੇ ਤੇ ਤਾਂ ਵੀ ਉਸ ਵਾਹਿਗੁਰੂ ਦੇ ਨਾਮ ਨੂੰ ਸੰਭਾਲੀਏ। ਨਾਨਕ ਕਹੈ ਸਿਆਣੀਏ ਇਉਂ ਕੰਤ ਮਿਲਾਵਾ ਹੋਏ। ਜਗਤ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਕਹਿੰਦੇ ਹੈ, ਹੇ ਸਿਆਣੀਏ, ਏਦਾਂ ਤੂੰ ਉਸ ਰੱਬ ਨੂੰ ਮਿਲ ਸਕਦੀ ਹੈ, ਏਦਾਂ ਤੂੰ ਪਰਮੇਸ਼ਰ 'ਚ ਭੇਦ ਹੋ ਸਕਦੀ ਹੈ। ਪੌੜੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਉਚਾਰਦੇ ਹਨ। ਹੋ ਕਿਆ ਸਲਾਹੀ ਕਿਰਮ ਜੰਤ। ਏ ਵਾਹਿਗੁਰੂ ਮੈਂ ਕੀ ਸਲਾਹਾਂ, ਨਿਕਾ ਜਿਹਾ ਕਿਰਮ ਕੀੜਾ ਹਾਂ। ਵੱਡੀ ਤੇਰੀ ਵਡਿਆਈ। ਵਾਹਿਗੁਰੂ ਤੇਰੀ ਵਡਿਆਈ ਇੰਨੀ ਵੱਡੀ, ਮੈਂ ਨਿਕਾ ਜਿਹਾ ਕੀੜਾ, ਨਿਕਾ ਜਿਹਾ ਕਿਰਮ, ਕੀ ਤੇਰੀ ਉਪਮਾ ਕਰਾਂ, ਕੀ ਵਡਿਆਈ ਕਰਾਂ। ਤੂੰ ਅਗਮ ਦਿਆਲ ਅਗੰਮ ਹੈ। ਵਾਹਿਗੁਰੂ ਤੂੰ ਅਗੰਮ ਹੈ, ਤੂੰ ਦਿਆਲੂ ਹੈ, ਤੂੰ ਅਪਹੁੰਚ ਹੈ। ਆਪ ਲਹਿ ਮਿਲਾਈ। ਮੈਂ ਆਪ ਨਹੀਂ ਯਤਨ ਨਾਲ ਮਿਲ ਸਕਦਾ ਤੁਹਾਨੂੰ, ਤੁਸੀਂ ਆਪ ਮੇਰੇ ਤੇ ਤਰਸ ਕਰੋ ਤੇ ਆਪਣੇ ਨਾਲ ਮਿਲਾ ਲਵੋ। ਮੈਂ ਤੁਝ ਬਿਨ ਬੇਲੀ ਕੋ ਨਹੀਂ। ਏ ਮੇਰੇ ਰੱਬ ਜੀ, ਮੇਰਾ ਤੁਹਾਡੇ ਬਿਨਾ ਕੋਈ ਬੇਲੀ ਨਹੀਂ ਹੈ, ਮੇਰਾ ਤੁਹਾਡੇ ਬਿਨਾ ਕੋਈ ਮਿੱਤਰ ਨਹੀਂ ਹੈ। ਤੂੰ ਅੰਤ ਸਖਾਈ। ਮੇਰੇ ਅੰਤ ਵੇਲੇ ਮੇਰੇ ਨਾਲ ਨਿਭਣ ਵਾਲੇ ਮੇਰੇ ਸਖਾਈ ਮਿੱਤਰ ਮਹਾਰਾਜ ਜੀ ਤੁਸੀਂ ਹੋ। ਓ ਤੇਰੀ ਸ਼ਰਨਾਗਤੀ। ਏ ਮੇਰੇ ਰੱਬ ਜੀ, ਜਿਹੜੇ ਤੁਹਾਡੀ ਸ਼ਰਨ ਵਿੱਚ ਹਨ, ਤਿਨ ਲਹਿ ਛਡਾਈ। ਉਹਨਾਂ ਨੂੰ ਤੁਸੀਂ ਛੁਡਾ ਲੈਂਦੇ, ਉਹਨਾਂ ਨੂੰ ਜੰਮਾਂ ਦੀ ਖੁਰਾਕ ਨਹੀਂ ਬਣਨ ਦਿੰਦੇ। ਨਾਨਕ ਵੇ ਪ੍ਰਵਾਹ ਹੈ ਤਿਸ ਤਿਲ ਨਾ ਤਮਾਈ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ, ਮੇਰਾ ਰੱਬ ਬੇਪਰਵਾਹ ਹੈ, ਉਹਨੂੰ ਕਿਸੇ ਕੋਲੋਂ ਤਿਲ ਮਾਤਰ ਵੀ ਤਮਾ ਨਹੀਂ ਹੈ, ਤਿਲ ਮਾਤਰ ਵੀ ਲਾਲਸਾ ਨਹੀਂ ਕਿਸੇ ਕੋਲੋਂ। ਉਹ ਬੇਪਰਵਾਹ ਹੈ। ਜਿਹੜਾ ਬੇਪਰਵਾਹ ਹੁੰਦਾ ਉਹੀ ਤਮਾ ਨਹੀਂ ਰੱਖਦਾ। ਐਸੇ ਨਿਰੰਕਾਰ ਦੀ ਸ਼ਰਨ ਵਿੱਚ ਹਾਂ, ਐਸੇ ਨਿਰੰਕਾਰ ਦੀ ਪਨਾਹ ਵਿੱਚ ਹਾਂ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਕੀ ਬਾਣੀ ਅਗਾਧ ਬੋਧ ਹੈ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਰੰਗਣ ਵਾਲਾ ਜੇ ਰੰਗੈ ਸਾਹਿਬ, ਰੰਗਣ ਵਾਲਾ ਜੇ ਰੰਗੈ ਸਾਹਿਬ।
ऐसो रंग न डीठ, ऐसो रंग न डीठ। वाहिगुरु वाहिगुरु, वाहिगुरु वाहिगुरु। वाहिगुरु वाहिगुरु, वाहिगुरु वाहिगुरु। वाहिगुरु वाहिगुरु, वाहिगुरु वाहिगुरु। वाहिगुरु जी का खालसा, वाहिगुरु जी की फतेह।